ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਵਾਸਤੇ ਵਰਕਸ਼ੀਟ ਨੰਬਰ 15 ਜਿਹੜੀ ਕਿ 10ਵੀਂ ਜਮਾਤ ਦੇ ਅਧਿਆਇ ਜਿਹੜਾ ਸੰਭਾਵਨਾਵਾਂ ਉਹਦੇ ਨਾਲ ਰਿਲੇਟਡ ਆ, ਯਾਨੀ ਕਿ ਪ੍ਰੋਬੇਬਿਲਿਟੀ ਚੈਪਟਰ ਜਿਹੜਾ ਵਾ ਇਹਦੇ ਵਿੱਚੋਂ ਜਿਹੜਾ ਤੁਹਾਨੂੰ ਪੇਪਰ ਆਉਣਾ ਉਹ 6 ਨੰਬਰ ਦਾ ਪੇਪਰ ਆਉਣਾ। ਔਰ ਇਹ ਚੈਪਟਰ ਬਹੁਤ ਇੰਪੋਰਟੈਂਟ ਆ ਔਰ ਬਹੁਤ ਹੀ ਸੌਖਾ। ਮੈਂ ਇਹਦੇ ਵਿੱਚ ਹਰ ਸਵਾਲ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਜਾਣਕਾਰੀ ਦੇਵਾਂਗਾ। ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਿਓ ਔਰ ਸੁਣਿਓ ਵੀ ਧਿਆਨ ਦੇ ਨਾਲ, ਸਕਿਪ ਨਾ ਕਰਿਓ ਵਿੱਚੋਂ। ਔਰ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਇਹ ਬਿਲਕੁਲ ਫ੍ਰੀ ਜੇ। ਚਲੋ ਸ਼ੁਰੂ ਕਰਦੇ ਹਾਂ। ਇਹਦਾ ਪਹਿਲਾ ਕੁਐਸਚਨ, ਸੰਭਾਵਨਾ ਦਾ ਸੂਤਰ ਲਿਖੋ। ਸਭ ਤੋਂ ਪਹਿਲਾ ਕੁਐਸਚਨ ਉਹਨਾਂ ਨੇ ਇਹੀ ਪਾਤਾ ਜਿਹੜਾ ਚੈਪਟਰ ਦਾ ਨਾਮ ਆ ਕਿ ਰਾਈਟ ਡਾਊਨ ਦਾ ਫਾਰਮੂਲਾ ਫॉर ਪ੍ਰੋਬੇਬਿਲਿਟੀ। ਤੇ ਚਲੋ ਮੈਂ ਤੁਹਾਨੂੰ ਲਿਖ ਕੇ ਦੱਸਦਾ ਕਾਪੀ 'ਤੇ। ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਸੰਭਾਵਨਾ ਇਹਦਾ ਸੂਤਰ ਕੀ ਆ। ਦੇਖੋ ਬੱਚਿਓ, ਇਹਦੇ 'ਚ ਜਿਹੜਾ ਡਿਨੋਮੀਨੇਟਰ ਵਾ ਇਹਦੇ 'ਚ ਹਮੇਸ਼ਾ ਹਰ ਕੁਐਸਚਨ ਦੇ ਵਿੱਚ, ਕਿਉਂਕਿ ਫਾਰਮੂਲਾ ਸੇਮ ਹੀ ਰਹਿਣਾ, ਇਹਦੇ ਥੱਲੇ ਵਾਲੇ ਪਾਸੇ ਹਮੇਸ਼ਾ ਆਏਗਾ ਕੁੱਲ ਪਰਿਣਾਮਾਂ ਦੀ ਸੰਖਿਆ। ਕਿਸੇ ਤਰ੍ਹਾਂ ਦੀ ਵੀ ਕੋਈ ਘਟਨਾ ਹੋਵੇ ਉਹਦੇ ਜਿੰਨੇ ਵੀ ਕੁੱਲ ਪਰਿਣਾਮ ਹੋਣਗੇ ਉਹ ਅਸੀਂ ਥੱਲੇ ਲਿਖਣਾ, ਕੁੱਲ ਪਰਿਣਾਮਾਂ ਦੀ ਸੰਖਿਆ। ਇਹ ਹਮੇਸ਼ਾ ਡਿਨੋਮੀਨੇਟਰ 'ਚ ਯਾਨੀ ਹਰ 'ਚ ਆਏਗਾ। ਔਰ ਜਿਹੜਾ ਇਹਦਾ ਅੰਸ਼ ਹੋਏਗਾ, ਯਾਨੀ ਕਿ ਉੱਪਰ ਜਿਹੜੀ ਸੰਖਿਆ ਨੂਮੀਨੇਟਰ 'ਚ ਆਉਣੀ ਆ, ਉਹ ਕਿਹੜੀ ਹੋਏਗੀ ਕਿ ਜਿਹੜੀ ਵੀ ਘਟਨਾ ਹੋਏਗੀ ਉਹਦੇ ਨਾਲ ਰਿਲੇਟਡ, ਯਾਨੀ ਕਿ ਉਹਦੇ ਅਨੁਕੂਲ ਪਰਿਣਾਮਾਂ ਦੀ ਸੰਖਿਆ ਜਿਹੜੀ ਹੋਏਗੀ ਉਹ ਅਸੀਂ ਉੱਪਰ ਲਿਖਦੇ ਹਾਂ। ਅਨੁਕੂਲ ਪਰਿਣਾਮਾਂ ਦੀ ਸੰਖਿਆ। ਅਸੀਂ ਇਹ ਜਦੋਂ ਹੁਣ ਸਵਾਲ ਕਰਨੇ ਆ ਤੇ ਉਹਦੇ ਵਿੱਚ ਅਸੀਂ ਕੀ ਕਰਨਾ ਕਿ ਇਹੀ ਫਾਰਮੂਲਾ ਬਾਰ-ਬਾਰ ਲਗਾਉਣਾ ਵਾ। ਤੇ ਇਹ ਫਾਰਮੂਲਾ ਬਿਲਕੁਲ ਪੂਰੇ ਚੈਪਟਰ 'ਚ ਸੰਭਾਵਨਾ ਦੇ ਵਿੱਚ ਜਿਹੜਾ ਸੰਭਾਵਨਾ ਦਾ ਫਾਰਮੂਲਾ ਹੋਏਗਾ ਉਹ ਇਹੀ ਹੋਏਗਾ। ਤੇ ਜਿੱਥੇ ਕਿਤੇ ਕੋਈ ਚੇਂਜ ਆਏਗੀ ਉਹ ਤੁਹਾਨੂੰ ਮੈਂ ਨਾਲ ਨਾਲ ਦੱਸਦਾ ਜਾਵਾਂਗਾ। ਉਹ ਸਿਰਫ ਚੇਂਜ ਕਿੱਥੇ ਆਉਣੀ ਹੈ, ਜਿੱਥੇ ਕੋਈ ਕਿਸੇ ਘਟਨਾ ਦੀ ਸੰਭਾਵਨਾ ਨਾ ਹੋਣ ਦਾ ਜਦੋਂ ਅਸੀਂ ਕੱਢਣਾ ਨਾ, ਉਦੋਂ ਸਿਰਫ ਚੇਂਜ ਆਉਣੀ ਆ। ਬਾਕੀ ਸੰਭਾਵਨਾ ਜਿੱਥੇ ਕਿਸੇ ਵੀ ਘਟਨਾ ਦੀ ਸੰਭਾਵਨਾ ਕੱਢਣੀ ਆ, ਸਿਰਫ ਤੇ ਸਿਰਫ ਇਹੀ ਫਾਰਮੂਲਾ ਯੂਜ਼ ਹੋਣਾ ਜੇ। ਉੱਪਰ ਆਏਗਾ ਅਨੁਕੂਲ ਪਰਿਣਾਮਾਂ ਦੀ ਸੰਖਿਆ ਤੇ ਡਿਨੋਮੀਨੇਟਰ 'ਚ ਯਾਨੀ ਹਰ ਵਿੱਚ ਕੁੱਲ ਪਰਿਣਾਮਾਂ ਦੀ ਸੰਖਿਆ। ਚਲੋ ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 2। ਪਹਿਲਾ ਕੁਐਸਚਨ ਅਸੀਂ ਕਰ ਲਿਆ ਸੰਭਾਵਨਾ ਦਾ ਸੂਤਰ, ਉਹ ਤੁਹਾਨੂੰ ਮੈਂ ਦੱਸ ਦਿੱਤਾ ਲਿਖ ਕੇ। ਦੂਸਰਾ ਕੁਐਸਚਨ ਦੇਖੋ, ਉਹਦਾ ਪਹਿਲਾ ਪਾਰਟ ਕੀ ਆ, ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ ਪਲੱਸ ਨਾ ਵਾਪਰਨ ਦੀ ਸੰਭਾਵਨਾ ਜਿਹੜੀ ਆ ਉਹ ਕਿਹਦੇ ਬਰਾਬਰ ਹੁੰਦੀ ਆ। ਦੇਖੋ, ਕਿਸੇ ਘਟਨਾ ਦੇ ਵਾਪਰਨ ਦੀ ਜਿਹੜੀ ਸੰਭਾਵਨਾ ਵਾ ਉਹ ਹਮੇਸ਼ਾ 1 ਹੁੰਦੀ ਜੇ, ਔਰ ਪਲੱਸ ਨਾ ਵਾਪਰਨ ਦੀ ਸੰਭਾਵਨਾ 0। ਤੇ 1 ਜਮ੍ਹਾਂ 0 ਕਿੰਨਾ ਆ ਗਿਆ? 1। ਯਾਨੀ ਕਿ ਇਹਦਾ ਆਨਸਰ ਕੀ ਹੋਏਗਾ? 1। ਉਸ ਤੋਂ ਬਾਅਦ ਦੇਖੋ, ਬਿਲਕੁਲ ਈਜ਼ੀ ਜਿਹੀਆਂ ਗੱਲਾਂ ਨੇ, ਇਹ ਤੁਸੀਂ ਧਿਆਨ ਰੱਖਿਓ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੰਦਾ ਇਹਦੇ ਨਾਲ ਹੀ। ਆਹ ਦੇਖੋ ਬੱਚੋ, ਜਿਹੜੀ ਸੰਭਾਵਨਾ ਆ ਨਾ ਇਹ ਹਮੇਸ਼ਾ 0 ਦੇ ਬਰਾਬਰ ਜਾਂ 0 ਤੋਂ ਵੱਡੀ, ਤੇ ਘਟਨਾ ਉਹਦੀ ਕੋਈ ਵੀ ਹੋ ਸਕਦੀ ਹੈ। ਉੱਥੇ ਅਸੀਂ ਲਿਖ ਦਿੰਦੇ ਹਾਂ PE, ਯਾਨੀ ਕਿ ਪ੍ਰੋਬੇਬਿਲਿਟੀ ਆਫ ਈਵੈਂਟ, ਕਿਸੇ ਵੀ ਘਟਨਾ ਦੀ। ਤੇ ਇਹ ਕਿਹਦੇ ਬਰਾਬਰ ਹੋ ਸਕਦੀ ਆ? ਜਾਂ ਤਾਂ 1 ਦੇ ਬਰਾਬਰ ਹੋਏਗੀ ਤੇ ਜਾਂ 1 ਤੋਂ ਛੋਟੀ, 0 ਦੇ ਬਰਾਬਰ ਜਾਂ 0 ਤੋਂ ਵੱਡੀ, ਤੇ 1 ਦੇ ਬਰਾਬਰ ਜਾਂ 1 ਤੋਂ ਛੋਟੀ। ਯਾਨੀ ਕਿ ਇਹਦੀ ਹੱਦ ਜੇ। ਸੰਭਾਵਨਾ 0 ਤੋਂ ਛੋਟੀ ਨਹੀਂ ਹੋ ਸਕਦੀ ਤੇ 1 ਤੋਂ ਵੱਡੀ ਨਹੀਂ ਹੋ ਸਕਦੀ। ਆਹ ਦੇਖੋ, ਜਿਸ ਤਰ੍ਹਾਂ ਮੈਂ ਤੁਹਾਨੂੰ ਨੰਬਰ ਲਾਈਨ ਦੇ ਉੱਪਰ ਦੱਸ ਦਿੰਦਾ ਇੱਕ ਵਾਰੀ। ਇੱਥੇ ਜਿਸ ਤਰ੍ਹਾਂ ਮੰਨ ਲਓ ਆਹ ਦੇਖੋ, ਆਹ ਨੰਬਰ ਲਾਈਨ ਹੋਵੇ, ਇੱਥੇ 0, ਇੱਥੇ ਕਿਤੇ 1 ਆ ਜਾਏਗਾ ਮੰਨ ਲਓ, ਇੱਧਰ 2, ਇੱਧਰਲੇ ਪਾਸੇ -1 -2। ਹੁਣ ਜਿਹੜੀ ਸੰਭਾਵਨਾ ਜੇ ਨਾ ਉਹ ਧਿਆਨ 'ਚ ਰੱਖਿਓ, 0 ਤੋਂ ਸ਼ੁਰੂ ਹੋਏਗੀ ਤੇ 1 ਦੇ ਵਿੱਚ ਰਹੇਗੀ। ਬਸ ਇਹਦੇ ਤੋਂ ਨਾ ਤੇ ਪਾਰ ਜਾਣੀ ਜੇ। 1 ਤੋਂ ਵੱਡਾ ਕੋਈ ਵੀ ਨੰਬਰ 1.1 ਵੀ ਆ ਗਿਆ ਨਾ, ਉਹ ਵੀ ਗਲਤ ਜੇ, ਉਹ ਵੀ ਸੰਭਾਵਨਾ ਨਹੀਂ ਹੋ ਸਕਦੀ। ਤੇ ਇੱਧਰ 0 ਤੋਂ ਥੱਲੇ 0 ਮਾਈਨਸ ਵਿੱਚ ਵੈਲਿਊ ਕੋਈ ਵੀ ਆ ਜੇ,
कोई भी नैगेटिव वैल्यू आ जाए -0.5 ही क्यों ना होवे, ये 0 तो छोटी नहीं होनी। बस ये ध्यान च रखियो। नैगेटिव वाला पासा संभावना च कदी नहीं आना। 0 तो लैके 1 च रहनी है और 1 तो वड्डी नहीं हो सकती। आ इहदी कंडीशन जे, ये ध्यान च रखियो। इहदे नाल दी ऑप्शन वाले क्वेश्चन जो आउंदे ने MCQ तो उहदे च आ जरूर पुछया हुंदा जे। सिर्फ तुसीं ध्यान रखना कि दोनों पासे इक्वल का साइन नाल लगा होवे, दोनों पासे। कई बारी कंडीशन पा दिंदे आ, लगदी देखण च सेम ही आ, लेकिन इक्वल का साइन नहीं पाउंदे। उत्थे किस तरह लिख दिंदे आ, जिस तरह 0 लैस दैन PE ते लैस दैन 1। ਤੁਹਾਡੇ ਮਨ 'ਚ ਆਉਣਾ ਵੀ ਅਸੀਂ ਤਾਂ ਇਸ ਤਰ੍ਹਾਂ ਦਾ ਦੇਖਿਆ ਸੀ। ਜਾਂ ਕਈਆਂ ਕੁਐਸਚਨਾਂ 'ਚ ਕੀ ਕਰਦੇ ਆ, ਇੱਥੇ ਇਕੁਅਲ ਦਾ ਸਾਈਨ ਪਾ ਦਿੰਦੇ, ਇੱਧਰ ਨਹੀਂ ਪਾਉਂਦੇ। ਇਹ ਆਪਸ਼ਨ ਜਦੋਂ ਤੁਸੀਂ ਦੇਖਣੀ ਆ, ਧਿਆਨ 'ਚ ਰੱਖਣਾ ਕਿ ਇਕੁਅਲ ਦਾ ਸਾਈਨ ਦੋਨਾਂ ਨਾਲ ਪਿਆ ਹੋਵੇ। ਚਲੋ ਦੇਖਦੇ ਹਾਂ ਅੱਗੇ ਕੁਐਸਚਨ। ਆ ਦੇਖੋ, ਦੂਸਰੇ ਦਾ ਪਹਿਲਾ ਪਾਰਟ ਅਸੀਂ ਕਰ ਲਿਆ, 1 ਆਇਆ ਸੀ ਇਹਦਾ ਆਨਸਰ। ਹੁਣ ਸੈਕਿੰਡ ਪਾਰਟ ਦੇਖੋ। ਅਜਿਹੀ ਘਟਨਾ ਜੋ ਨਹੀਂ ਵਾਪਰ ਸਕਦੀ ਦੀ ਸੰਭਾਵਨਾ ਡੈਸ਼ ਹੁੰਦੀ ਹੈ। ਜਿਹੜੀ ਘਟਨਾ ਵਾਪਰ ਹੀ ਨਹੀਂ ਸਕਦੀ ਉਹਦੀ ਸੰਭਾਵਨਾ ਕਿੰਨੀ ਹੋਏਗੀ? 0। ਇਹ ਇਹਦਾ ਆਨਸਰ ਜੇ, ਬਿਲਕੁਲ ਈਜ਼ੀ। ਵਟ ਵਿਲ ਬੀ ਦਾ ਪ੍ਰੋਬੇਬਿਲਿਟੀ ਆਫ ਦੈਟ ਈਵੈਂਟ ਵਿਚ ਕੈਨ ਨਾਟ ਹੈਪਨ? ਦੈਟ ਇਜ਼ 0। ਅੱਗੇ ਦੇਖੋ ਕੁਐਸਚਨ ਨੰਬਰ 3। ਅਜਿਹੀ ਘਟਨਾ ਜਿਸ ਦਾ ਨਾ ਵਾਪਰਨਾ ਨਿਸ਼ਚਿਤ ਹੋਵੇ। ਅਜਿਹੀ ਘਟਨਾ, ਅੱਗੇ ਆ ਦੇਖੋ, ਅਜਿਹੀ ਘਟਨਾ ਜਿਸ ਦਾ ਨਾ ਵਾਪਰਨਾ ਨਿਸ਼ਚਿਤ ਹੋਵੇ ਦੀ ਸੰਭਾਵਨਾ 0। ਜਿਹਦਾ ਪਤਾ ਵੀ ਇਹਨੇ ਵਾਪਰਨਾ ਹੀ ਨਹੀਂ ਆ, ਨਾ ਵਾਪਰਨਾ, ਠੀਕ ਆ, ਨਾਟ ਹੈਪਨ 0 ਹੋ ਜਾਏਗੀ। ਜਿਹੜੀ ਘਟਨਾ ਦਾ ਵਾਪਰਨਾ ਨਿਸ਼ਚਿਤ ਹੋਵੇ, ਆ ਦੇਖੋ, ਜਿਹੜੀ ਘਟਨਾ ਦਾ ਵਾਪਰਨਾ ਨਿਸ਼ਚਿਤ ਹੋਵੇ, ਯਾਨੀ ਕਿ ਦੈਟ ਈਵੈਂਟ ਵਿਚ ਵਿਲ ਸ਼ਿਓਰਲੀ ਹੈਪਨ। ਅਜਿਹੀ ਘਟਨਾ ਦੀ ਸੰਭਾਵਨਾ ਕਿੰਨੀ ਹੁੰਦੀ ਆ? 1। ਜਿਹੜੀ ਘਟਨਾ ਵਾਪਰ ਸਕਦੀ ਆ ਉਹਦੀ ਸੰਭਾਵਨਾ ਕਿੰਨੀ ਹੋਏਗੀ? 1। ਅੱਗੇ ਨੈਕਸਟ ਦੇਖੋ। ਕਿਸੇ ਘਟਨਾ ਦੀ ਸੰਭਾਵਨਾ ਡੈਸ਼ ਤੋਂ ਵੱਡੀ ਨਹੀਂ ਹੋ ਸਕਦੀ। ਮੈਂ ਹੁਣੇ ਤੁਹਾਨੂੰ ਦੱਸਿਆ ਸੀ, ਜਿਹੜਾ ਰਿਜ਼ਲਟ ਬਣਾ ਕੇ ਦੱਸਿਆ ਸੀਗਾ। ਆ ਦੇਖੋ, 0 ਲੈਸ ਦੈਨ ਇਕੁਅਲ ਟੂ ਪ੍ਰੋਬੇਬਿਲਿਟੀ ਆਫ ਐਨ ਈਵੈਂਟ ਲੈਸ ਦੈਨ ਇਕੁਅਲ ਟੂ 1। ਹੁਣ ਇਹਦੇ 'ਚ ਕੀ ਆ? ਕਿਸੇ ਘਟਨਾ ਦੀ ਸੰਭਾਵਨਾ ਤੋਂ ਵੱਡੀ ਨਹੀਂ ਹੋ ਸਕਦੀ 1 ਤੋਂ, ਯਾਨੀ ਕਿ ਕਿਸੇ ਘਟਨਾ ਦੀ ਸੰਭਾਵਨਾ 1 ਤੋਂ ਵੱਡੀ ਨਹੀਂ ਹੋ ਸਕਦੀ। ਔਰ ਥੱਲੇ ਦੇਖੋ ਨੈਕਸਟ ਕੁਐਸਚਨ, ਕਿਸੇ ਘਟਨਾ ਦੀ ਸੰਭਾਵਨਾ ਡੈਸ਼ ਤੋਂ ਛੋਟੀ ਨਹੀਂ ਹੋ ਸਕਦੀ। ਕਿਹਦੇ ਤੋਂ ਛੋਟੀ ਨਹੀਂ ਹੋ ਸਕਦੀ? ਆਹ ਰਿਜ਼ਲਟ ਮਾਈਂਡ 'ਚ ਰੱਖਣਾ ਜੇ। ਕਿਸੇ ਘਟਨਾ ਦੀ ਸੰਭਾਵਨਾ 1 ਤੋਂ ਵੱਡੀ ਨਹੀਂ ਹੋ ਸਕਦੀ, ਔਰ ਛੋਟੀ ਕਿਹਦੇ ਤੋਂ ਨਹੀਂ ਹੋ ਸਕਦੀ? 0 ਤੋਂ। ਕਿਸੇ ਘਟਨਾ ਦੀ ਸੰਭਾਵਨਾ 0 ਤੋਂ ਛੋਟੀ ਨਹੀਂ ਹੋ ਸਕਦੀ। ਕੁਐਸਚਨ ਦੇਖੋ, ਇੱਕ ਥੈਲੇ ਵਿੱਚ 10 ਕਾਲੀਆਂ, 6 ਨੀਲੀਆਂ ਅਤੇ 4 ਹਰੀਆਂ ਗੇਂਦਾਂ ਹਨ। ਗੇਂਦਾਂ ਇੰਨੀਆਂ ਹੀ ਨੇ ਥੈਲੇ ਵਿੱਚ, ਇਹਨਾਂ ਦਾ ਜੋੜ ਕਿੰਨਾ ਬਣ ਗਿਆ? 10 ਅਤੇ 6 16 ਅਤੇ 4 20, ਯਾਨੀ ਕਿ ਕੁੱਲ ਗੇਂਦਾਂ ਕਿੰਨੀਆਂ ਹੋ ਗਈਆਂ? 20। ਇਸ ਥੈਲੇ ਵਿੱਚੋਂ ਇੱਕ ਗੇਂਦ ਅਚਾਨਕ ਬਾਹਰ ਕੱਢੀ ਗਈ। ਸੰਭਾਵਨਾ ਪਤਾ ਕਰੋ ਕਿ ਬਾਹਰ ਕੱਢੀ ਗਈ ਗੇਂਦ ਨੰਬਰ 1 ਕਿਹੜੀ ਹੋਵੇ? ਨੀਲੀ ਨਾ ਹੋਵੇ, ਦੂਸਰੇ ਨੰਬਰ 'ਤੇ ਹਰੀ ਹੋਵੇ, ਤੀਸਰੇ ਨੰਬਰ 'ਤੇ ਉਹ ਕਾਲੀ ਹੋਵੇ, ਅਤੇ ਚੌਥੇ ਨੰਬਰ 'ਤੇ ਉਹ ਸਫੇਦ ਹੋਵੇ। ਹੁਣ ਦੇਖਦੇ ਹਾਂ ਇਹਨੂੰ ਕਿਸ ਤਰ੍ਹਾਂ ਸੋਲਵ ਕਰਾਂਗੇ। ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ। ਦੇਖੋ, ਥੈਲੇ 'ਚ ਗੇਂਦਾਂ ਕਿੰਨੀਆਂ ਨੇ? 20, ਕਾਲੀਆਂ, ਨੀਲੀਆਂ ਅਤੇ ਹਰੀਆਂ। ਇੱਕ ਕੁਐਸਚਨ ਪੁੱਛਿਆ ਵੀ ਉਹ ਗੇਂਦ ਸਫੇਦ ਹੋਵੇ। ਹੁਣ ਸਫੇਦ ਗੇਂਦ ਤਾਂ ਥੈਲੇ 'ਚ ਹੈ ਹੀ ਨਹੀਂ, ਅਤੇ ਇਹਦੀ ਸੰਭਾਵਨਾ ਕਿੰਨੀ ਹੋਏਗੀ ਲਾਸਟ ਕੁਐਸਚਨ ਦੀ? 0। ਬਿਲਕੁਲ ਸਹੀ। ਲਾਸਟ ਕੁਐਸਚਨ ਦੀ ਜਿਹੜਾ ਲਾਸਟ ਪਾਰਟ ਆ ਇਹਦੇ ਸਫੇਦ ਹੋਵੇ, ਜਾਂ ਇੱਥੇ ਚੌਥਾ ਕੁਐਸਚਨ ਇੰਗਲਿਸ਼ 'ਚ ਵਾਈਟ ਲਿਖਿਆ ਹੋਇਆ ਵਾ, ਇਹਦੀ ਸੰਭਾਵਨਾ 0 ਹੋਣੀ ਆ, ਕਿਉਂਕਿ ਇਹ ਬੋਲ ਤਾਂ ਹੈ ਹੀ ਨਹੀਂ ਥੈਲੇ 'ਚ। ਬਾਕੀਆਂ ਦੀ ਸੰਭਾਵਨਾ ਕਿਸ ਤਰ੍ਹਾਂ ਕੱਢਣੀ ਆ, ਅਤੇ ਨਾਲ ਹੀ ਇਹ ਵੀ ਤੁਹਾਨੂੰ ਦੱਸ ਦਿੱਤੀ ਆ, ਇਹ ਵੀ ਲਿਖ ਕੇ ਦੱਸਾਂਗਾ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਗੇਂਦਾਂ ਬਾਰੇ ਲਿਖਾਂਗੇ ਕਿ ਗੇਂਦਾਂ ਕਿੰਨੀਆਂ ਕਿੰਨੀਆਂ ਦਿੱਤੀਆਂ ਨੇ। ਕਾਲੀਆਂ ਗੇਂਦਾਂ ਦੱਸੀਆਂ ਹੋਈਆਂ ਨੇ ਉਹਦੇ ਵਿੱਚ 10। ਉਸ ਤੋਂ ਬਾਅਦ ਨੀਲੀਆਂ ਗੇਂਦਾਂ, ਉਹਨਾਂ ਦੀ ਗਿਣਤੀ ਕਿੰਨੀ ਦਿੱਤੀ ਹੈ ਬੱਚਿਓ? 6। ਉਸ ਤੋਂ ਬਾਅਦ ਦੇਖੋ ਹਰੀਆਂ ਗੇਂਦਾਂ, ਉਹਨਾਂ ਦੀ ਗਿਣਤੀ ਕਿੰਨੀ? 4। ਹੁਣ ਅਸੀਂ ਇੱਥੋਂ ਕੱਢ ਲਾਂਗੇ ਕੁੱਲ ਗੇਂਦਾਂ। ਕੁੱਲ ਗੇਂਦਾਂ ਜਿਹੜੀਆਂ ਨੇ ਉਹ ਕਿੰਨੀਆਂ ਬਣਦੀਆਂ ਨੇ? ਇਹਨਾਂ ਦਾ ਜੋੜ
10 6 16 ਤੇ 4 20। ਇਹ 20 ਗੇਂਦਾਂ ਆ ਗਈਆਂ ਕੁੱਲ। ਹੁਣ ਦੇਖੋ ਜਿਹੜਾ ਪਹਿਲਾ ਕੁਐਸਚਨ ਆ ਇਹਦਾ, ਕਹਿੰਦੇ ਵੀ ਥੈਲੇ ਵਿੱਚੋਂ ਇੱਕ ਗੇਂਦ ਬਾਹਰ ਕੱਢੀ, ਕੀ ਸੰਭਾਵਨਾ ਵਾ ਕਿ ਗੇਂਦ ਨੀਲੀ ਨਾ ਹੋਵੇ। ਹੁਣ ਦੇਖੋ ਨੀਲੀਆਂ ਗੇਂਦਾਂ ਕਿੰਨੀਆਂ ਨੇ 6, ਜਿਹੜੀਆਂ ਨੀਲੀਆਂ ਨਹੀਂ ਨੇ ਉਹ ਕਿੰਨੀਆਂ ਨੇ, ਆਹ 10 ਤੇ 4 14। ਹੁਣ ਜਾਂ ਤਾਂ ਇਹਨਾਂ ਦਾ ਜੋੜ ਵੱਖਰਾ ਲਿਖ ਲਓ, ਜੇ ਨਹੀਂ ਤਾਂ ਤੁਸੀਂ ਸਿੱਧਾ ਵੀ ਲਿਖ ਸਕਦੇ ਹੋ ਕਿ ਜਿਹੜੀਆਂ ਗੇਂਦਾਂ ਨੀਲੀਆਂ ਨਹੀਂ ਨੇ ਉਹ 20 ਚੋਂ ਘਟਾ ਲਓ। ਆਹ ਦੇਖੋ ਮੈਂ ਇੱਥੇ ਸਾਈਡ 'ਤੇ ਲਿਖ ਦਿੰਦਾ, ਕੁੱਲ ਗੇਂਦਾਂ ਬਰਾਬਰ 20 ਤੇ ਨੀਲੀਆਂ ਗੇਂਦਾਂ ਬਰਾਬਰ 6 ਤੇ ਜਿਹੜੀਆਂ ਗੇਂਦਾਂ ਨੀਲੀਆਂ ਨਹੀਂ 20 ਚੋਂ 6 ਗਏ ਤੇ 14। ਆਹ ਦੇਖੋ ਹੁਣ ਨੀਲੀ ਗੇਂਦ ਨਾ ਹੋਵੇ 10 ਤੇ 4 14। ਅੱਜ ਮੈਂ ਤੁਹਾਨੂੰ ਇੱਧਰ ਵੀ ਦੱਸਦਾ ਵੀ ਕਿਸ ਤਰ੍ਹਾਂ, ਤੇ ਬਟਾ ਕੁੱਲ ਗਿਣਤੀ ਜਿਹੜੀ ਆ ਉਹ ਕਿੰਨੀ ਹੈ ਇਹਦੀ 20। ਇਹਦੀ ਕਟਿੰਗ ਕਰ ਦਿਓ 2 ਦੇ ਟੇਬਲ ਨਾਲ, 2 7 14 ਤੇ 2 ਦਾ ਆ 20, ਕਿੰਨਾ ਆਨਸਰ ਆ ਗਿਆ 7/10। ਇਹ ਤੁਹਾਡੇ ਫਸਟ ਪਾਰਟ ਦਾ ਆਨਸਰ ਆ ਗਿਆ ਵੀ ਜਿਹੜੀ ਗੇਂਦ ਨੀਲੀ ਨਹੀਂ ਹੈਗੀ। ਬਿਲਕੁਲ ਈਜ਼ੀ ਕੁਐਸਚਨ ਨੇ, ਅਸੀਂ ਸਟੇਟਮੈਂਟ ਨੂੰ ਬਸ ਧਿਆਨ ਨਾਲ ਸਮਝਣਾ ਵਾ, ਬਾਕੀ ਅਸੀਂ ਸੰਭਾਵਨਾ ਲਿਖੀ ਜਾਣੀ ਆ। ਅੱਛਾ ਮੈਂ ਇਹਦੇ 'ਚ ਨਾ ਫਾਰਮੂਲਾ ਨਹੀਂ ਲਿਖਦਾ ਪਿਆ, ਮੰਨ ਲਓ ਹੁਣ ਤੁਹਾਡੇ ਤੇ MCQ ਹੋਣੇ, ਫਾਰਮੂਲਾ ਲਿਖਣ ਦੀ ਤੁਹਾਨੂੰ ਲੋੜ ਨਹੀਂ ਪੈਣੀ, ਤੁਸੀਂ ਵੈਸੇ ਹੀ ਰਫ 'ਚ ਇਸ ਤਰ੍ਹਾਂ ਲਿਖ ਕੇ ਸੋਲਵ ਕਰ ਸਕਦੇ ਹੋ। ਬਾਈ ਚਾਂਸ ਕੋਈ ਟੈਸਟ ਹੁੰਦਾ ਵਾ ਜਿਸ ਤਰ੍ਹਾਂ ਤੁਹਾਨੂੰ ਉਹ 'ਚ ਸੋਲਵ ਕਰਨਾ ਪੈਂਦਾ ਪੂਰਾ, ਤਾਂ ਉਸ ਕੁਐਸਚਨ 'ਚ ਇੱਕ ਵਾਰੀ ਫਾਰਮੂਲਾ ਜ਼ਰੂਰ ਲਿਖਿਆ ਕਰੋ, ਵੀ ਫਾਰਮੂਲਾ ਲਿਖਿਆ ਹੋਏਗਾ, ਕਿਉਂਕਿ ਇਹ ਤਾਂ MCQ ਨੇ ਤੁਹਾਡੇ ਆਉਣੇ, ਉਹਦੇ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ, ਉਹ 'ਚ ਤੁਸੀਂ ਰਫ 'ਚ ਕਰਕੇ ਚੈੱਕ ਕਰ ਸਕਦੇ ਹੋ, ਸਿੱਧਾ ਆਨਸਰ ਦੇ ਸਕਦੇ ਹੋ। ਹੁਣ ਦੇਖੋ ਸੈਕਿੰਡ ਪਾਰਟ 'ਚ ਕਹਿੰਦੇ ਆ ਕਿ ਪ੍ਰੋਬੇਬਿਲਿਟੀ ਪਤਾ ਕਰੋ ਕਿ ਗੇਂਦ ਜਿਹੜੀ ਉਹ ਕਿਹੜੀ ਹੋਵੇ, ਹਰੀ ਹੋਵੇ। ਹੁਣ ਦੇਖੋ ਹਰੀਆਂ ਗੇਂਦਾਂ ਕਿੰਨੀਆਂ ਨੇ 4, ਇਹ ਹੋ ਗਏ ਅਨੁਕੂਲ ਪਰਿਣਾਮ, ਥੱਲੇ ਆਉਣੇ ਕੁੱਲ ਪਰਿਣਾਮ, ਤੇ ਕੁੱਲ ਪਰਿਣਾਮ 20 ਨੇ। ਕਟਿੰਗ ਕਰੋ 4 ਏਕਮ 4 ਤੇ 4 5 20, 1/5 ਸੈਕਿੰਡ ਕੁਐਸਚਨ ਦਾ ਆਨਸਰ ਆ ਗਿਆ, ਇਹਦਾ ਸੈਕਿੰਡ ਪਾਰਟ ਜਿਹੜਾ ਸੀ। ਉਸ ਤੋਂ ਬਾਅਦ ਅੱਗੇ ਦੇਖੋ ਨੈਕਸਟ, ਇਹਦਾ ਥਰਡ ਪਾਰਟ ਕਿ ਸੰਭਾਵਨਾ ਪਤਾ ਕਰੋ ਕਿ ਕੱਢੀ ਗਈ ਗੇਂਦ ਜਿਹੜੀ ਆ ਉਹ ਕਿਹੜੀ ਹੋਵੇ, ਕਾਲੀ ਹੋਵੇ। ਗੇਂਦ ਜਿਹੜੀ ਬੈਗ 'ਚੋਂ ਬਾਹਰ ਕੱਢਣੀ ਆ ਉਹ ਕਿਹੜੀ ਹੋਵੇ, ਕਾਲੀ। ਹੁਣ ਕਾਲੀਆਂ ਗੇਂਦਾਂ ਕਿੰਨੀਆਂ ਨੇ ਬੈਗ 'ਚ, ਆ ਦੇਖੋ ਕਾਲੀਆਂ ਗੇਂਦਾਂ ਕਿੰਨੀਆਂ ਨੇ 10, ਯਾਨੀ ਕਿ ਅਨੁਕੂਲ ਪਰਿਣਾਮ 10 ਤੇ ਕਿੰਨਾ ਆ ਗਿਆ 10, ਤੇ ਥੱਲੇ ਕੁੱਲ ਪਰਿਣਾਮ 20, ਕਿਉਂਕਿ ਬੈਗ 'ਚ 20 ਗੇਂਦਾਂ ਨੇ, 10 ਏਕਮ 10 ਤੇ 10 ਦੂਣਾ 20, 1/2 ਆਨਸਰ। ਇਹ ਥਰਡ ਪਾਰਟ ਦਾ ਆ ਗਿਆ। ਚੌਥਾ ਪਾਰਟ ਜਿਹਦਾ ਆਨਸਰ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀ ਕਿ ਸੰਭਾਵਨਾ ਪਤਾ ਕਰੋ ਕਿ ਗੇਂਦ ਸਫੇਦ ਹੋਵੇ। ਗੇਂਦ ਕਿਹੜੀ ਹੋਵੇ, ਸਫੇਦ ਹੋਵੇ। ਹੁਣ ਦੇਖੋ ਥੈਲੇ 'ਚ ਗੇਂਦ ਤੇ ਕੋਈ ਵੀ ਸਫੇਦ ਨਹੀਂ ਆ, ਕਾਲੀਆਂ ਨੇ, ਨੀਲੀਆਂ ਨੇ ਤੇ ਹਰੀਆਂ ਨੇ, ਤੇ ਇਹਦੀ ਸੰਭਾਵਨਾ ਸਿੱਧੀ ਕਿੰਨੀ ਆ ਜਾਏਗੀ 0। ਆ ਸੀਗਾ ਸਾਡਾ ਕੁਐਸਚਨ ਨੰਬਰ 12। ਅੱਗੇ ਦੇਖਦੇ ਹਾਂ ਨੈਕਸਟ ਕੁਐਸਚਨ। 13ਵਾਂ ਕੁਐਸਚਨ ਦੇਖੋ, ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ, ਸੰਭਾਵਨਾ ਪਤਾ ਕਰੋ ਕਿ ਉੱਪਰ ਆਉਣ ਵਾਲਾ ਅੰਕ ਅਭਾਜ ਹੋਵੇ, 2 ਅਤੇ 6 ਦੇ ਵਿਚਕਾਰ ਵਾਲਾ ਅੰਕ ਹੋਵੇ, ਟਾਂਕ ਹੋਵੇ ਤੇ ਜਿਸਤ ਹੋਵੇ। ਹੁਣ ਦੇਖੋ ਹੁਣੇ ਅਸੀਂ ਇੱਕ ਪਾਸੇ ਵਾਲਾ ਕੁਐਸਚਨ ਕੀਤਾ ਸੀਗਾ, ਮੈਂ ਤੁਹਾਨੂੰ ਉਹ 'ਚ ਦੱਸਿਆ ਸੀ ਕਿ ਜੇ ਪਾਸਾ ਇੱਕੋ ਵਾਰੀ ਸੁੱਟਿਆ ਜਾਣਾ ਜਾਂ ਇੱਕ ਪਾਸਾ ਹੀ ਸੁੱਟਿਆ ਜਾਣਾ ਵਾ, ਤੇ ਉਹਦੀ ਸੰਭਾਵਨਾ ਕਿੰਨੀ ਹੁੰਦੀ, ਕੁੱਲ 6 ਪਰਿਣਾਮ ਹੁੰਦੇ ਨੇ ਉਹਦੇ, ਕੁੱਲ 6 ਦੀ ਪਾਵਰ 1 6, ਤੇ ਉਹਦੇ 'ਚੋਂ ਅਸੀਂ ਸੰਭਾਵਨਾ ਪਤਾ ਕਰਨੀ ਆ ਸਾਰੀਆਂ ਜਿਹੜੇ ਥੱਲੇ 4 ਦਿੱਤੇ ਕੁਐਸਚਨ ਇਹਨਾਂ ਨੇ। ਚਲੋ ਤੁਹਾਨੂੰ ਮੈਂ ਲਿਖ ਕੇ ਤੇ ਫਿਰ ਦੱਸਦਾ। 13ਵੇਂ ਕੁਐਸਚਨ 'ਚ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ। ਹੁਣ ਆ ਦੇਖੋ ਉਹ 'ਚ ਕਿਹੜੇ ਨੰਬਰ ਆਉਣਗੇ, 1 2 3 4 5 ਤੇ 6, ਯਾਨੀ ਕਿ ਉਹਦੇ ਕੁੱਲ ਪਰਿਣਾਮ ਹੋ ਗਏ। ਕੁੱਲ ਪਰਿਣਾਮ ਕਿੰਨੇ ਹੋ ਗਏ 6। ਹੁਣ ਸੰਭਾਵਨਾ ਕੀ ਪਤਾ ਕਰਨੀ ਹੈ, ਸਭ ਤੋਂ ਪਹਿਲਾਂ ਜਿਹੜਾ ਪਾਰਟ ਆ ਕਿ ਉੱਪਰ ਆਉਣ ਵਾਲਾ ਅੰਕ ਅਭਾਜ ਹੋਵੇ। ਹੁਣ ਦੇਖੋ ਇਹਦਾ ਪਹਿਲਾ ਪਾਰਟ
ਪੀ ਅਭਾਜ ਅੰਕ। ਹੁਣ ਦੇਖੋ ਇਹਦੇ ਚੋਂ ਅਭਾਜ ਸੰਖਿਆਵਾਂ ਕਿਹੜੀਆਂ ਕਿਹੜੀਆਂ ਨੇ ਜਿਹੜੀਆਂ ਸਿਰਫ ਤੇ ਸਿਰਫ ਆਪਣੇ ਆਪਣੇ ਪਹਾੜੇ 'ਚ ਆਉਂਦੀਆਂ ਨੇ। ਉਹ ਦੇਖੋ ਉਹ ਕਿੱਥੋਂ ਸ਼ੁਰੂ ਹੁੰਦੀਆਂ, 2 1 3 ਤੇ 1 5। ਆਹ ਤਿੰਨ ਸੰਖਿਆਵਾਂ ਨੇ ਅਭਾਜ, 2 3 ਤੇ 5। ਤੇ ਅਨੁਕੂਲ ਪਰਿਣਾਮ ਕਿੰਨੇ ਹੋ ਗਏ ਫਿਰ, ਕਿੰਨੀਆਂ ਸੰਖਿਆਵਾਂ ਬਣੀਆਂ, 1 2 3। ਅਨੁਕੂਲ ਪਰਿਣਾਮ ਹੋ ਗਏ 3 ਤੇ ਕੁੱਲ ਪਰਿਣਾਮ ਕਿੰਨੇ ਸੀ ਇਹਦੇ, 6। ਯਾਨੀ ਕਿ 3/6 ਕਟਿੰਗ ਕੀਤੀ, 3 ਏਕਮ 3 ਤੇ 3 ਦੂਣੀ 6, 1/2 ਆਂਸਰ। ਇਹ ਇਹਦਾ ਫਸਟ ਪਾਰਟ ਹੋ ਗਿਆ ਵੀ ਅਭਾਜ ਸੰਖਿਆ ਹੋਵੇ। ਦੂਸਰੇ ਪਾਰਟ ਵਿੱਚ ਕੀ ਕਹਿੰਦੇ ਆ, ਕਿਹਦੀ ਸੰਭਾਵਨਾ ਪਤਾ ਕਰਨੀ ਆ ਕਿ ਜਿਹੜਾ ਅੰਕ ਵਾ 2 ਅਤੇ 6 ਦੇ ਵਿਚਕਾਰ, 6 ਦੇ ਵਿਚਕਾਰ ਹੋਵੇ। ਹੁਣ ਉਹ ਅੰਕ ਕਿਹੜੇ ਜਿਹੜੇ 2 ਅਤੇ 6 ਦੇ ਵਿਚਕਾਰ ਨੇ, ਆਹ ਦੇਖੋ ਆਹ 2 ਅਤੇ ਆਹ 6, ਇਹਦੇ ਵਿਚਕਾਰ ਕਿੰਨੇ ਅੰਕ ਹੋਏ, 3 3 4 5। ਇਹ 3 ਅੰਕ ਆਏ ਇਹਦੇ ਵਿਚਕਾਰ। ਅਨੁਕੂਲ ਪਰਿਣਾਮ 3, ਕੁੱਲ ਪਰਿਣਾਮ 6, ਬਿਲਕੁਲ ਸੇਮ, 3 ਏਕਮ 3 ਤੇ 3 ਦੂਣੀ 6, 1/2 ਆਂਸਰ। ਇਹ ਸੈਕਿੰਡ ਪਾਰਟ ਹੋ ਗਿਆ। ਥਰਡ ਪਾਰਟ, ਉਹਦੇ 'ਚ ਕੀ ਕਹਿੰਦੇ ਆ ਕਿ ਸੰਭਾਵਨਾ ਕੀ ਹੋਵੇ, ਅੰਕ ਕਿਹੜਾ ਹੋਵੇ, ਅੰਕ ਟਾਂਕ ਹੋਵੇ। ਹੁਣ ਟਾਂਕ ਸੰਖਿਆ ਦੇਖੋ ਕਿਹੜੀ ਕਿਹੜੀ ਇਹਦੇ 'ਚ, 1 3 5। ਜਿਹੜੀਆਂ ਟਾਂਕ ਸੰਖਿਆਵਾਂ ਕਿਹੜੀਆਂ ਨੇ, ਪਹਿਲਾਂ 1 ਫਿਰ 3 ਤੇ ਫਿਰ 5। ਯਾਨੀ ਕਿ ਕਿੰਨੀਆਂ ਸੰਖਿਆਵਾਂ ਬਣੀਆਂ, 1 2 3। ਇਹਦੇ 'ਚ ਵੀ 3। ਅਨੁਕੂਲ ਪਰਿਣਾਮ 3 ਤੇ ਕੁੱਲ ਪਰਿਣਾਮ 6, 3 ਏਕਮ 3 ਤੇ 3 ਦੂਣੀ 6। ਆਂਸਰ ਕਿੰਨਾ ਆ ਗਿਆ, 1/2। ਉਸ ਤੋਂ ਬਾਅਦ ਚੌਥਾ ਪਾਰਟ ਇਹਦਾ, ਸੰਖਿਆ ਕਿਹੜੀ ਹੋਵੇ ਜਾਂ ਜਿਹੜਾ ਉੱਪਰ ਆਉਣ ਵਾਲਾ ਅੰਕ ਜਿਸਤ ਹੋਵੇ। ਹੁਣ ਜਿਸਤ ਅੰਕ ਵੇਖੋ ਇਹਦੇ 'ਚ ਕਿਹੜੇ ਕਿਹੜੇ ਨੇ, 2 4 6, 2 4 ਤੇ 6। ਇਹ ਜਿਸਤ ਨੇ। ਕਿੰਨੇ ਅੰਕ ਹੋ ਗਏ, 3 3/6, 3 ਏਕਮ 3 ਤੇ 3 ਦੂਣੀ 6। ਸਾਰਿਆਂ ਦੀ ਸੰਭਾਵਨਾ ਕਿੰਨੀ ਆਈ ਆ, 1/2। ਯਾਨੀ ਕਿ ਸਾਰੇ ਬਰਾਬਰ ਆਏ ਨੇ। ਜਿੰਨੇ ਵੀ ਇਹਦੇ 'ਚ ਉਹਨਾਂ ਨੇ ਕੁਐਸਚਨ ਪੁੱਛੇ ਸੀਗੇ ਸਾਰਿਆਂ ਦੀ ਸੰਭਾਵਨਾ ਬਰਾਬਰ ਆਈ ਆ। ਇਹ ਸੀਗਾ ਬੱਚਿਓ ਕੁਐਸਚਨ ਨੰਬਰ 13। ਹੁਣ ਦੇਖਦੇ ਹਾਂ ਕੁਐਸਚਨ ਨੰਬਰ 14। ਇੱਕ ਪੇਟੀ ਵਿੱਚ 1 ਤੋਂ 90 ਤੱਕ ਲਿਖੀਆਂ ਸੰਖਿਆਵਾਂ ਵਾਲੀਆਂ ਪਲੇਟਾਂ ਹਨ। ਇੱਕ ਪੇਟੀ ਆ, ਉਹਦੇ 'ਚ ਪਲੇਟਾਂ ਕਿੰਨੀਆਂ ਪਈਆਂ ਨੇ, 1 ਤੋਂ ਲੈ ਕੇ 90 ਤੱਕ ਉਹਨਾਂ 'ਤੇ ਗਿਣਤੀ ਲਿਖੀ ਹੋਈ ਆ ਅਤੇ ਕੁੱਲ ਪਲੇਟਾਂ ਕਿੰਨੀਆਂ ਹੋ ਗਈਆਂ, 90। ਇਹਨਾਂ ਵਿੱਚੋਂ ਇੱਕ ਪਲੇਟ ਅਚਾਨਕ ਬਾਹਰ ਕੱਢੀ ਜਾਂਦੀ ਹੈ। ਸੰਭਾਵਨਾ ਪਤਾ ਕਰੋ ਕਿ ਕੱਢੀ ਗਈ ਪਲੇਟ ਦੇ ਉੱਤੇ ਅੰਕਿਤ ਸੰਖਿਆ, ਯਾਨੀ ਕਿ ਜਿਹੜੀ ਪਲੇਟ ਅਸੀਂ ਬਾਹਰ ਕੱਢੀ ਆ ਉਹਦੇ ਉੱਤੇ ਜਿਹੜਾ ਨੰਬਰ ਵਾ ਉਹ ਸਭ ਤੋਂ ਪਹਿਲਾਂ ਕਿਹੜਾ ਹੋਵੇ, 2 ਅੰਕਾਂ ਵਾਲੀ ਸੰਖਿਆ ਹੋਵੇ। ਦੂਸਰਾ ਕੁਐਸਚਨ ਕੀ ਆ, ਇੱਕ ਪੂਰਨ ਵਰਗ ਹੋਵੇ। ਤੀਸਰਾ ਕੁਐਸਚਨ ਕਿ 5 ਨਾਲ ਵੰਡੀ ਜਾਣ ਵਾਲੀ ਹੋਵੇ। ਚੌਥਾ ਕੁਐਸਚਨ ਆ ਜਿਸਤ ਸੰਖਿਆ ਹੋਵੇ। ਪੰਜਵੇਂ ਵਿੱਚ ਟਾਂਕ ਸੰਖਿਆ। ਛੇਵੇਂ ਕੁਐਸਚਨ 'ਚ 3 ਅਤੇ 5 ਨਾਲ ਵੰਡੀ ਜਾਣ ਵਾਲੀ ਸੰਖਿਆ ਹੋਵੇ। ਹੁਣ ਦੇਖੋ ਸਾਨੂੰ 1 ਤੋਂ 90 ਤੱਕ ਗਿਣਤੀ ਲਿਖਣ ਦੀ ਲੋੜ ਨਹੀਂ ਗੀ, ਕਿਉਂਕਿ ਮੈਂ ਤੁਹਾਨੂੰ ਵੱਖਰੇ ਵੱਖਰੇ ਸਟੈਪ ਸਾਰੇ ਦੱਸ ਦਾਂਗਾ। ਉਸ ਤਰ੍ਹਾਂ ਤੇ 90 ਤੱਕ ਗਿਣਤੀ ਜੇ ਤੁਸੀਂ ਕਾਪੀ 'ਤੇ ਲਿਖ ਸਕਦੇ ਹੋ ਲਾਗੇ ਅਤੇ ਲਿਖ ਕੇ ਜ਼ਰੂਰ ਰੱਖ ਲਿਓ। ਮੈਂ ਤੁਹਾਨੂੰ ਵੈਸੇ ਕੁਐਸਚਨਾਂ ਦੇ ਹਿਸਾਬ ਨਾਲ ਸਾਰਾ ਕੁਝ ਵਿੱਚ ਸਮਝਾ ਦਾਂਗਾ ਕਿ ਕਿਸ ਤਰ੍ਹਾਂ ਅਸੀਂ ਦੇਖਣਾ। ਦੇਖੋ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਕਿ ਸਾਡੇ ਕੋਲ ਕੁੱਲ ਪਰਿਣਾਮ ਜਿਹੜੇ ਉਹ ਕਿੰਨੇ ਨੇ, 90 ਨੇ। ਪੇਟੀ 'ਚ 90 ਤੱਕ ਪਲੇਟਾਂ ਨੇ, ਗਿਣਤੀ 1 ਤੋਂ 90 ਤੱਕ ਲਿਖੀ ਆ। ਪਹਿਲਾ ਕੁਐਸਚਨ ਕੀ ਆ ਕਿ ਸੰਖਿਆ 2 ਅੰਕਾਂ ਵਾਲੀ ਹੋਵੇ। ਮੈਂ ਤੁਹਾਨੂੰ ਦੱਸਦਾ ਵਾਂ ਕਾਪੀ 'ਤੇ ਵੀ 2 ਅੰਕਾਂ ਵਾਲੀ ਸੰਖਿਆ ਜਿਹੜੀ ਆ ਉਹ ਕਿੱਥੋਂ ਤੱਕ ਹੋ ਸਕਦੀ ਆ। ਜਿਹੜੇ ਪੇਟੀ ਦੇ ਵਿੱਚ ਪਲੇਟਾਂ ਨੇ ਉਹਨਾਂ 'ਚ ਗਿਣਤੀ ਕਿੱਥੋਂ ਆ, 1 ਤੋਂ ਲੈ ਕੇ ਇਸ ਤਰ੍ਹਾਂ ਹੀ ਲਿਖਦੇ ਲਿਖਦੇ ਮੰਨ ਲਓ ਇੱਥੇ ਕਿਤੇ ਜਾ ਕੇ 10 ਆਏਗਾ, ਅੱਗੇ ਲਿਖਦੇ ਗਏ ਲਾਸਟ ਵਿੱਚ ਤੇ 90 ਆਏਗਾ। ਯਾਨੀ ਕਿ ਉਹਦੇ ਵਿੱਚ ਜਿਹੜੀ ਗਿਣਤੀ ਆ ਉਹ 1 ਤੋਂ ਲੈ ਕੇ ਤੇ 90 ਤੱਕ ਆ। ਹੁਣ ਜਿਹੜੀ ਸਾਨੂੰ ਪਹਿਲੀ ਸੰਭਾਵਨਾ ਪੁੱਛੀ ਆ, ਪਹਿਲਾ ਕੁਐਸਚਨ ਕੀ ਆ ਕਿ ਜਿਹੜੀ ਸੰਖਿਆ ਵਾ ਉਹ ਕਿਹੜੀ ਹੋਵੇ, 2 ਅੰਕਾਂ ਵਾਲੀ।
ਸੰਖਿਆ 2 ਅੰਕਾਂ ਵਾਲੀ ਹੋਵੇ। ਹੁਣ ਦੇਖੋ ਕੁੱਲ परिणाम ਸਾਨੂੰ ਪਤਾ 90 ਆ, ਲੇਕਿਨ ਅਨੁਕੂਲ परिणाम ਕਿੰਨੇ ਨੇ? ਦੇਖੋ 2 ਅੰਕ ਗਿਣਤੀ 'ਚ 1 ਤੋਂ ਲੈ ਕੇ 90 ਤੱਕ ਕਿੱਥੋਂ ਸ਼ੁਰੂ ਹੁੰਦੇ ਆ? 10 ਤੋਂ। ਇਹਦੇ ਪਿੱਛੇ ਜਿਹੜੀ ਗਿਣਤੀ ਆ ਉਹ ਕਿੱਥੋਂ ਤੱਕ ਵਾ? 9 ਤੱਕ। ਜਿਹੜੇ 1 ਅੰਕ ਨੇ ਕੁੱਲ ਕਿੰਨੇ? 90। 90 ਵਿੱਚੋਂ 9 ਘਟਾ ਦਈਏ, ਬਾਕੀ ਜਿਹੜੇ 1 ਅੰਕ ਵਾਲੇ ਤੇ ਕਿੰਨੇ ਰਹਿ ਗਏ? 90 ਚੋਂ 9 ਗਏ ਤੇ 81। ਯਾਨੀ ਕਿ ਅਨੁਕੂਲ परिणाम ਕਿੰਨੇ ਰਹਿ ਗਏ? 81। ਯਾਨੀ ਕਿ 10 ਤੋਂ ਲੈ ਕੇ ਤੁਸੀਂ 90 ਤੱਕ ਜਦੋਂ ਸੰਖਿਆਵਾਂ ਗਿਣੋਗੇ ਤਾਂ ਉਹ 81 ਹੋਣਗੀਆਂ ਅਤੇ ਕੁੱਲ परिणाम 90। ਅਤੇ 9 ਦੇ ਟੇਬਲ ਨਾਲ ਕਟਿੰਗ ਕਰ ਦਿਓ। 9 ਨਾਲ 81 ਅਤੇ 9 ਦਾ ਆ 90, ਅਤੇ ਕਿੰਨਾ ਆਂਸਰ ਆ ਗਿਆ? 9/10। ਇਹ ਇਹਦੀ ਸੰਭਾਵਨਾ ਆ ਗਈ। ਸੰਖਿਆ 2 ਅੰਕਾਂ ਵਾਲੀ ਹੋਵੇ 1 ਤੋਂ 90 ਤੱਕ। ਇਹ ਸਾਡਾ ਫਸਟ ਪਾਰਟ ਹੋ ਗਿਆ। ਸੈਕਿੰਡ ਪਾਰਟ ਦੇਖੋ ਕੀ ਇਹਦਾ। ਉਹਦੇ 'ਚ ਦੇਖੋ ਕਿਹੜੀ ਸੰਭਾਵਨਾ ਪੁੱਛੀ ਆ ਕਿ ਇੱਕ ਪੂਰਨ ਵਰਗ ਸੰਖਿਆ ਹੋਵੇ। ਦੂਸਰਾ ਕੁਐਸਚਨ ਮੈਂ ਪਹਿਲਾਂ ਲਿਖ ਲੈਣਾ ਇੱਥੇ, ਇੱਕ ਪੂਰਨ ਵਰਗ। ਹੁਣ ਜਿਹੜੀ ਪੂਰਨ ਵਰਗ ਸੰਖਿਆ ਵਾ ਉਹ ਦੇਖੋ ਸਾਡੇ ਕੋਲ ਸਭ ਤੋਂ ਪਹਿਲਾਂ ਗਿਣਤੀ 'ਚ ਕਿਹੜਾ ਆਉਂਦਾ ਇੱਥੇ? ਨੰਬਰ 1। 1 ਦਾ ਵਰਗ ਕਿੰਨਾ ਹੁੰਦਾ ਜੇ? 1। 2 ਦਾ ਵਰਗ 4। 3 ਦਾ ਵਰਗ 3 ਤੀਏ 9। 4 ਦਾ ਵਰਗ 16। 5 ਦਾ ਵਰਗ 25। 6 ਦਾ ਵਰਗ 6 ਛਿਕਾ 36। 7 ਦਾ ਵਰਗ 7 7 49। 8 ਦਾ ਵਰਗ 64। 9 ਦਾ ਵਰਗ 81। ਅੱਗੇ ਆਉਣਾ 10 ਦਾ ਵਰਗ, ਅਤੇ 10 ਦਾ ਵਰਗ ਕਿੰਨਾ ਹੋ ਜਾਂਦਾ? 100। ਹੁਣ ਦੇਖੋ ਗਿਣਤੀ 90 ਤੱਕ ਅਸੀਂ 10 ਦਾ ਵਰਗ ਨਹੀਂ ਲਿਖਣਾ। ਹੁਣ ਦੇਖੋ ਇਹ ਸਾਰੀਆਂ ਸੰਖਿਆਵਾਂ ਕਿੰਨੀਆਂ ਬਣ ਗਈਆਂ ਵਰਗ ਵਾਲੀਆਂ? 1 2 3 4 5 6 7 8 9। 9 ਸੰਖਿਆਵਾਂ ਬਣੀਆਂ। ਹੁਣ ਇਹਦੀ ਸੰਭਾਵਨਾ ਲਿਖਾਂਗੇ। ਪ੍ਰੋਬੇਬਿਲਟੀ ਇੱਕ ਪੂਰਨ ਵਰਗ ਹੋਵੇ। ਜਿਹੜੀ ਸੰਖਿਆ ਜਿਹੜੀ ਆਉਣੀ ਆ ਪਲੇਟ ਜਿਹੜੀ ਬਾਹਰ ਕੱਢਣੀ ਆ ਉਹ ਪੂਰਨ ਵਰਗ ਵਾਲੀ ਹੋਵੇ। ਉਹ ਕਿੰਨੇ ਅਨੁਕੂਲ परिणाम ਨੇ? 9। ਅਤੇ ਕੁੱਲ परिणाम 90। 9 ਏਕਮ 9 ਅਤੇ 9 ਦਾ ਆ 90। 1/10 ਆਂਸਰ ਆ ਗਿਆ ਇਹਦਾ। ਬਿਲਕੁਲ ਈਜ਼ੀ। ਧਿਆਨ ਨਾਲ ਬਸ ਸਟੇਟਮੈਂਟ ਨੂੰ ਸਮਝਣਾ। ਕੁਐਸਚਨ ਬਹੁਤ ਆਸਾਨ ਆ ਸੰਭਾਵਨਾ ਦੇ ਸਾਰੇ। ਉਸ ਤੋਂ ਬਾਅਦ ਦੇਖੋ ਤੀਸਰਾ ਪਾਰਟ। ਤੀਸਰੇ ਪਾਰਟ ਵਿੱਚ ਕਹਿੰਦੇ ਆ ਵੀ ਸੰਖਿਆ 5 ਨਾਲ ਵੰਡੀ ਜਾਣ ਵਾਲੀ ਹੋਵੇ। ਜਿਹੜੀ ਸੰਖਿਆ ਵਾ 5 ਨਾਲ ਵੰਡੀ ਜਾਣ ਵਾਲੀ ਹੋਵੇ। ਹੁਣ 5 ਨਾਲ ਵੰਡੀ ਜਾਣ ਵਾਲੀ ਸੰਖਿਆ ਕਿਹੜੀ ਹੋਏਗੀ? 1 ਤੋਂ ਲੈ ਕੇ 90 ਤੱਕ। 5 ਦਾ ਟੇਬਲ ਲਿਖ ਲਾਂਗੇ ਅਸੀਂ। 5 ਏਕਮ 5, 5 ਦੂਣੀ 10, 5 ਤੀਏ 15 ਅਤੇ 5 ਚੌਕਾ 20। ਇਸੇ ਤਰ੍ਹਾਂ ਸਾਰੀਆਂ ਸੰਖਿਆਵਾਂ ਜਿਹੜੀਆਂ ਨੇ ਉਹ ਲਿਖ ਲੈਣੀਆਂ 90 ਤੱਕ। 55 60 65 70 75 80 85 ਅਤੇ 90। ਇੱਥੋਂ ਤੱਕ ਗਿਣਤੀ ਹੈ ਸਾਡੇ ਕੋਲ। ਆਹ ਸਾਰੀਆਂ ਸੰਖਿਆਵਾਂ ਜਿਹੜੀਆਂ 5 ਨਾਲ ਵੰਡੀਆਂ ਜਾਂਦੀਆਂ। ਅਤੇ ਉਹ ਦੇਖੋ ਗਿਣਤੀ ਕਿੰਨੀ ਬਣੀ? 1 2 3 4 5 6 7 8 9 10 11 12 13 14 15 16 17 ਅਤੇ 18। ਕੁੱਲ ਸੰਖਿਆਵਾਂ ਕਿੰਨੀਆਂ ਆ ਗਈਆਂ? 18। ਇਹ ਬਣ ਗਿਆ ਅਨੁਕੂਲ परिणाम। ਹੁਣ ਜਦੋਂ ਸੰਭਾਵਨਾ ਲਿਖਣੀ ਆ ਤਾਂ ਉਹ ਕਿਸ ਤਰ੍ਹਾਂ ਲਿਖਾਂਗੇ? P 5 ਨਾਲ ਵੰਡੀ ਜਾਣ ਵਾਲੀ। ਅਨੁਕੂਲ परिणाम ਕਿੰਨੇ ਆਏ? 18 ਅਤੇ ਕੁੱਲ परिणाम 90। ਇਹਦੀ ਕਟਿੰਗ ਕਰ ਲਾਂਗੇ। 18 ਏਕਮ 18 ਅਤੇ 18 ਪੰਜੇ 90, ਯਾਨੀ ਕਿ 1/5 ਆਂਸਰ। ਇਹ ਸਾਡਾ ਥਰਡ ਪਾਰਟ ਹੋ ਗਿਆ ਇਹਦਾ। ਅੱਗੇ ਦੇਖੋ ਫੋਰਥ ਪਾਰਟ। ਚੌਥੇ ਪਾਰਟ ਵਿੱਚ ਕੀ ਪੁੱਛਿਆ ਕਿ ਜਿਸਤ ਸੰਖਿਆ ਹੋਵੇ। ਹੁਣ ਕਿਹਦੀ ਸੰਭਾਵਨਾ ਕੱਢਣੀ ਆ? ਸੰਖਿਆ ਕਿਹੜੀ ਹੋਵੇ? ਜਿਸਤ। ਹੁਣ ਦੇਖੋ ਬੱਚੋ ਜਿਹੜੀ ਗਿਣਤੀ 1 ਤੋਂ 90 ਤੱਕ ਵਾ
ਜਿਹੜੀ ਅਸੀਂ 1 ਤੋਂ 90 ਤੱਕ ਗਿਣਤੀ ਲਿਖਣੀ ਆ, ਆਹ ਵਾਲੀ। ਆ ਦੇਖੋ, ਪਹਿਲੀ ਸੰਖਿਆ ਟਾਂਕ, ਦੂਸਰੀ ਜਿਸਤ, ਫਿਰ ਟਾਂਕ, ਫਿਰ ਜਿਸਤ, ਇਸੇ ਤਰ੍ਹਾਂ ਟਾਂਕ ਜਿਸਤ, ਟਾਂਕ ਜਿਸਤ, ਇਸ ਤਰ੍ਹਾਂ ਕਰਦੇ ਜਾਵਾਂਗੇ। 90 ਸੰਖਿਆਵਾਂ ਵਿੱਚ ਅੱਧੀਆਂ ਸੰਖਿਆਵਾਂ ਟਾਂਕ ਆ ਜਾਣਗੀਆਂ ਅਤੇ ਅੱਧੀਆਂ ਜਿਸਤ, ਅਤੇ 90 ਦਾ ਅੱਧ ਕਿੰਨਾ ਹੁੰਦਾ? 45। ਯਾਨੀ ਕਿ ਅਨੁਕੂਲ ਪਰਿਣਾਮ ਕਿੰਨੇ ਹੋ ਗਏ? 45। ਅਤੇ ਜਿਸਤ ਸੰਖਿਆ ਦੀ ਸੰਭਾਵਨਾ ਫਿਰ ਇਹਦੇ ਵਿੱਚ ਕਿੰਨੀ ਬਣੀ? 45/90। ਆ ਕਟਿੰਗ ਕਰ ਦਾਂਗੇ, 1/2। ਇਹ ਆਨਸਰ ਆ ਗਿਆ ਇਹਦਾ। ਹੁਣ ਇਸ ਤੋਂ ਬਾਅਦ 5ਵਾਂ ਕੁਐਸਚਨ ਕੀ ਆ? ਸੰਭਾਵਨਾ ਪਤਾ ਕਰੋ ਵੀ ਸੰਖਿਆ ਕਿਹੜੀ ਹੋਵੇ ਟਾਂਕ। ਹੁਣ ਨਾਲ ਮੈਂ ਦੱਸਿਆ ਸੀ ਵੀ ਅੱਧੀਆਂ ਸੰਖਿਆਵਾਂ ਟਾਂਕ ਅਤੇ ਅੱਧੀਆਂ ਜਿਸਤ, ਉਹ ਵੀ 45। 45/90। 45 ਏਕਮ 45, 45 ਦੂਣਾ 90, 1/2 ਆਨਸਰ ਆ ਗਿਆ। ਇਹ ਹੋ ਗਿਆ 5ਵਾਂ ਪਾਰਟ। ਉਸ ਤੋਂ ਬਾਅਦ 6ਵਾਂ ਪਾਰਟ। 6ਵੇਂ ਪਾਰਟ ਵਿੱਚ ਕੀ ਕਹਿੰਦੇ ਆ ਕਿ ਜਿਹੜੀ ਸੰਖਿਆ ਵਾ ਉਹ 3 ਅਤੇ 5 ਨਾਲ ਵੰਡੀ ਜਾਣ ਵਾਲੀ ਹੋਵੇ। 3 ਅਤੇ 5 ਨਾਲ ਵੰਡੀ ਜਾਣ ਵਾਲੀ ਸੰਖਿਆ। ਹੁਣ ਜਿਹੜੀ 3 ਅਤੇ 5 ਨਾਲ ਵੰਡੀ ਜਾਣ ਵਾਲੀ ਸੰਖਿਆ ਉਹ ਕਿਹੜੀ ਆ? ਦੇਖੋ, ਇਹ ਦੋਵੇਂ ਅਭਾਜ ਸੰਖਿਆਵਾਂ ਨੇ, ਇਹਨਾਂ ਨੂੰ ਗੁਣਾ ਕਰ ਲਓ। ਯਾਨੀ ਕਿ 1 ਤੋਂ 90 ਤੱਕ ਉਹ ਸੰਖਿਆਵਾਂ ਜਿਹੜੀਆਂ 15 ਦੇ ਪਹਾੜੇ 'ਚ ਆਉਂਦੀਆਂ ਨੇ, ਉਹ 3 ਅਤੇ 5 ਦੋਵਾਂ ਨਾਲ ਵੰਡੀ ਜਾਣ ਵਾਲੀ ਹੋਏਗੀ। ਹੁਣ 15 ਦਾ ਪਹਾੜਾ ਬਣਿਆ। ਹੁਣ ਸੰਖਿਆਵਾਂ ਲਿਖ ਲੈਂਦੇ ਕਿਹੜੀਆਂ ਬਣੀਆਂ? 15, 30, 45, 60, 75 ਅਤੇ 90। ਆਹ ਸੰਖਿਆਵਾਂ ਨੇ ਜਿਹੜੀਆਂ 3 ਅਤੇ 5 ਦੋਵਾਂ ਨਾਲ ਵੰਡੀ ਜਾਏਗੀ। ਅਤੇ ਆਹ ਦੇਖੋ ਕਿੰਨੀਆਂ ਸੰਖਿਆਵਾਂ ਬਣੀਆਂ? 1 2 3 4 5 6। ਯਾਨੀ ਕਿ ਜੇ ਅਸੀਂ ਸੰਭਾਵਨਾ ਲਿਖਣੀ ਹੈ ਇਹਦੀ, ਪ੍ਰੋਬੇਬਿਲਟੀ 3 ਅਤੇ 5 ਨਾਲ ਵੰਡੀ ਜਾਣ ਵਾਲੀ, ਅਤੇ ਕਿੰਨੀਆਂ ਅਨੁਕੂਲ ਪਰਿਣਾਮ? 6, 6/90। ਅਤੇ ਇਹਨਾਂ ਦੀ ਕਟਿੰਗ ਕਰ ਲਓ। 6 ਵਿਕਮ 6 ਅਤੇ 15 ਛਿਕੇ 90। ਕਿੰਨਾ ਆਨਸਰ ਆ ਗਿਆ? 1/15। ਇਹ ਆਨਸਰ ਆ ਗਿਆ ਸਾਡੇ ਇਹਦੇ ਲਾਸਟ ਪਾਰਟ ਦਾ, 1/15। ਇਹ ਸੀਗਾ ਬੱਚਿਓ ਸਾਡਾ ਕੁਐਸਚਨ ਨੰਬਰ 14। ਇਹਦੇ ਸਾਰੇ ਪਾਰਟ ਹੋ ਗਏ ਨੇ, ਔਰ ਬੜੇ ਧਿਆਨ ਨਾਲ ਸਮਝਿਓ ਇਹਨੂੰ, ਕਿਉਂਕਿ ਬਿਲਕੁਲ ਈਜ਼ੀ ਕੁਐਸਚਨ ਆ। ਸਿਰਫ ਤੁਹਾਨੂੰ ਜੇ ਥੋੜ੍ਹਾ ਜਿਹਾ ਭੁਲੇਖਾ ਲੱਗੇਗਾ ਤਾਂ ਉਹ ਜਿਸ ਤਰ੍ਹਾਂ ਵਰਗ ਸੰਖਿਆਵਾਂ ਕਿਸ ਤਰ੍ਹਾਂ ਕੱਢਣੀਆਂ ਨੇ, ਬਾਕੀ ਜਿਸ ਟਾਂਗ ਦੇ ਤੁਸੀਂ ਕਰ ਹੀ ਲੈਣੀਆਂ ਨੇ, ਉਹ ਤੁਸੀਂ ਧਿਆਨ ਨਾਲ ਸਮਝ ਲਿਓ ਗੱਲ ਨੂੰ। ਕੀ ਦੱਸਿਆ ਵਾ ਕੁਐਸਚਨ 'ਚ ਚੇਂਜ ਆ ਸਕਦੀ ਹੈ। ਜਿੱਥੇ ਪਲੇਟਾਂ ਦੇ ਉੱਪਰ ਜਿਹੜੇ ਗਿਣਤੀ 1 ਤੋਂ 90 ਤੱਕ ਦਿੱਤੀ ਆ, ਹੋ ਸਕਦਾ ਤੁਹਾਡੇ ਕੁਐਸਚਨ 'ਚ ਗਿਣਤੀ ਚੇਂਜ ਕਰ ਦੇਣ ਜੇ ਕੋਈ ਪੇਪਰ 'ਚ ਇਹਦੇ ਨਾਲ ਦਾ ਕੁਐਸਚਨ ਪਾਉਣ, ਅਤੇ ਉਹ ਤੁਸੀਂ ਆਪਣੀ ਉਸ ਗਿਣਤੀ ਦੇ ਅਕੋਰਡਿੰਗਲੀ ਸਵਾਲ ਨੂੰ ਤੁਸੀਂ ਸੋਲਵ ਕਰ ਲੈਣਾ। ਅੱਗੇ ਦੇਖਦੇ ਹਾਂ ਨੈਕਸਟ ਕੁਐਸਚਨ। 15ਵਾਂ ਕੁਐਸਚਨ ਦੇਖੋ, ਇੱਕ ਚੰਗੀ ਤਰ੍ਹਾਂ ਫੈਂਟੀ 52 ਪੱਤਿਆਂ ਦੀ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਅਚਾਨਕ ਬਾਹਰ ਕੱਢਿਆ ਜਾਂਦਾ ਹੈ। ਸੰਭਾਵਨਾ ਪਤਾ ਕਰੋ ਕਿ ਕੱਢਿਆ ਗਿਆ ਪੱਤਾ ਲਾਲ ਰੰਗ ਦਾ ਹੋਵੇ, ਨੰਬਰ 2 'ਤੇ ਤਸਵੀਰ ਵਾਲਾ ਹੋਵੇ, ਤੀਸਰਾ ਇੱਟ ਦਾ ਪੱਤਾ ਹੋਵੇ, ਚੌਥਾ ਬਾਦਸ਼ਾਹ ਹੋਵੇ, 5ਵੇਂ ਨੰਬਰ 'ਤੇ ਕੁਐਸਚਨ ਆ ਗਿਆ ਕਾਲੇ ਰੰਗ ਦਾ ਤਸਵੀਰ ਵਾਲਾ ਪੱਤਾ ਹੋਵੇ, 6ਵਾਂ ਕੁਐਸਚਨ ਆ ਹੁਕਮ ਦਾ ਗੁਲਾਮ ਹੋਵੇ, 7ਵਾਂ ਕੁਐਸਚਨ ਆ ਪਾਨ ਦਾ ਦਹਿਲਾ ਹੋਵੇ, ਯਾਨੀ ਕਿ 10 ਹੋਵੇ ਪਾਨ ਦੇ। ਉਸ ਤੋਂ ਬਾਅਦ 8ਵਾਂ ਕੁਐਸਚਨ ਆ ਚਿੜੀ ਦੀ ਬੇਗਮ ਹੋਵੇ, ਇੱਟ ਦੀ ਚੌਕੀ ਯਾਨੀ ਕਿ 4 ਨੰਬਰ ਹੋਵੇ ਇੱਟ ਦਾ। 10ਵਾਂ ਕੁਐਸਚਨ ਆ ਲਾਲ ਰੰਗ ਦੀ ਬੇਗਮ ਹੋਵੇ, ਅਤੇ 11ਵਾਂ ਕੁਐਸਚਨ ਕੀ ਆ ਕਾਲੇ ਰੰਗ ਦਾ ਇੱਕਾ ਹੋਵੇ, ਅਤੇ 12ਵਾਂ ਕੁਐਸਚਨ ਪਾਇਆ ਗੁਲਾਮ। ਦੇਖੋ ਬੱਚਿਓ, ਇਹ 'ਚ ਲਗਭਗ ਉਹਨਾਂ ਨੇ ਜਿਹੜੀ ਤਾਸ਼ ਨਾਲ ਰਿਲੇਟਡ ਜਿੰਨੇ ਕੁਐਸਚਨ ਬਣਦੇ ਆ ਸਾਰੇ ਪਾਤੇ ਆ। ਕੁਛ ਕੁਐਸਚਨ ਇਹ ਤੋਂ ਚੇਂਜ ਵੀ ਹੋ ਸਕਦੇ ਆ। ਮੈਂ ਤੁਹਾਨੂੰ ਡਿਟੇਲ 'ਚ ਦੱਸਾਂਗਾ ਕਿ ਤਾਸ਼ ਦੇ ਸਾਰੇ ਪੱਤਿਆਂ ਦੇ ਰੰਗਾਂ ਦੇ ਕਿਸ ਤਰ੍ਹਾਂ ਦੇ ਪੱਤੇ ਹੁੰਦੇ ਨੇ। ਮੈਂ ਤੁਹਾਨੂੰ ਇੱਥੇ ਸਾਰਾ ਕੁਝ ਲਿਖ ਕੇ ਦੱਸਾਂਗਾ। ਉਸ ਤੋਂ ਬਾਅਦ ਤੁਸੀਂ ਉਸ ਡਾਇਗਰਾਮ ਨੂੰ ਸਮਝ ਕੇ ਤੁਸੀਂ ਹਰ ਤਰ੍ਹਾਂ ਦਾ ਕੁਐਸਚਨ ਸੋਲਵ ਕਰ ਸਕਦੇ ਹੋ। ਔਰ ਜਿਹੜੀ ਡਾਇਗਰਾਮ ਮੈਂ ਦੱਸਾਂਗਾ ਇਹਨੂੰ ਆਪਣੀ ਕਾਪੀ ਦੇ ਉੱਪਰ ਜ਼ਰੂਰ ਨੋਟ ਕਰ ਲਿਓ, ਜ਼ਰੂਰ ਬਣਾ ਲਿਓ। ਤੁਹਾਨੂੰ ਤਾਸ਼ ਦੇਖਣ ਦੀ ਵੀ ਲੋੜ ਨਹੀਂ ਪਏਗੀ ਜਦੋਂ ਮੈਂ ਤੁਹਾਨੂੰ ਸਮਝਾ ਦਾਂਗਾ। ਔਰ ਚਲੋ ਕਰਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਤਾਸ਼ ਦੇ ਕੁੱਲ ਪੱਤੇ ਤੁਹਾਡੀ ਸਟੇਟਮੈਂਟ 'ਚ ਵੀ ਲਿਖੇ ਹੋਏ ਨੇ
कि ताश दे कुल पत्ते किन्ने हुंदे ने? 52। हुण ਜਿਹੜੇ ਤਾਸ਼ 'ਚ ਪੱਤੇ ਹੁੰਦੇ ਨੇ ਉਹ 4 ਰੰਗ ਦੇ ਹੁੰਦੇ ਨੇ। ਉਹਦੇ 'ਚ ਮੈਂ ਤੁਹਾਨੂੰ ਦੱਸਦਾ ਕਿ ਲਾਲ ਰੰਗ ਦੇ ਜਿਹੜੇ ਪੱਤੇ ਨੇ ਉਹ 2 ਤਰ੍ਹਾਂ ਦੇ ਨੇ, ਅਤੇ 2 ਤਰ੍ਹਾਂ ਦੇ ਹੀ ਪੱਤੇ ਜਿਹੜੇ ਉਹ ਕਾਲੇ ਰੰਗ ਦੇ ਨੇ। ਹੁਣ ਤੁਹਾਨੂੰ ਮੈਂ ਪੂਰਾ ਚਾਰਟ ਬਣਾ ਕੇ ਦੱਸਦਾ ਵਾਂ। ਦੇਖੋ ਆਹ ਪੱਤੇ ਮੈਂ ਲਿਖਿਆ ਲਾਲ ਰੰਗ ਦੇ, ਰੈੱਡ ਪੈਨ ਨਾਲ ਮੈਂ ਤੁਹਾਨੂੰ ਇਹ ਕਰ ਦੇਣਾ ਅੰਡਰਲਾਈਨ। ਇਹ ਵੀ 13 ਹੁੰਦੇ ਜੇ, ਅਤੇ ਆਹ ਵੀ ਪੱਤੇ 13 ਹੁੰਦੇ ਨੇ। ਜਿਹੜੇ ਕਾਲੇ ਪੱਤੇ ਨੇ ਇਹ ਵੀ 13 ਅਤੇ ਆਹ ਵੀ 13। ਹੁਣ ਦੇਖੋ ਕੁੱਲ ਪੱਤੇ ਕਿੰਨੇ ਹੋ ਗਏ? 13 13 26 ਅਤੇ 26 ਆ 13 ਚੌਕੇ 52। ਇਹ ਕੁੱਲ ਪੱਤੇ 52 ਹੋ ਗਏ। ਹੁਣ ਇਹਦੇ 'ਚ ਜਿਹੜੇ ਪੱਤੇ ਹੁੰਦੇ ਆ ਉਹ ਕਿਸ ਤਰ੍ਹਾਂ ਦੇ ਹੁੰਦੇ ਆ? ਦੇਖੋ ਇੱਕ ਨਿਸ਼ਾਨ ਇਹਦੇ 'ਚ ਆਉਂਦਾ ਜੇ ਇਸ ਤਰ੍ਹਾਂ ਦਾ, ਲਾਲ ਰੰਗ ਦਾ। ਇਹਨੂੰ ਬੜੇ ਆਰਾਮ ਨਾਲ ਤੁਸੀਂ ਦੇਖਿਓ। ਇਹ ਨਿਸ਼ਾਨ ਨੂੰ ਅਸੀਂ ਕੀ ਕਹਿੰਦੇ ਆ? ਇੱਟ। ਇੱਟ ਦਾ ਨਿਸ਼ਾਨ ਆ ਗਿਆ। ਦੂਸਰਾ ਜਿਹੜਾ ਲਾਲ ਪੱਤਾ ਹੁੰਦਾ ਜੇ ਉਹਨੂੰ ਬੋਲਦੇ ਜੇ ਪਾਨ, ਯਾਨੀ ਕਿ ਪਾਨ ਦਾ ਪੱਤਾ। ਉਹਦਾ ਨਿਸ਼ਾਨ ਜਿਹੜਾ ਵਾ ਉਹ ਕਿਸ ਤਰ੍ਹਾਂ ਦਾ ਬਣਦਾ? ਇਸ ਤਰ੍ਹਾਂ ਦਾ। ਇਹ ਬਣ ਗਿਆ ਤੁਹਾਡੇ ਕੋਲ ਪਾਨ ਦਾ ਪੱਤਾ। ਇਹਦਾ ਰੰਗ ਇਹ ਇਸ ਤਰ੍ਹਾਂ ਦਾ ਹੁੰਦਾ ਜੇ। ਉਸ ਤੋਂ ਬਾਅਦ ਅੱਗੇ ਆ ਗਏ ਸਾਡੇ ਕੋਲ ਕਾਲੇ ਪੱਤੇ। ਕਾਲੇ ਪੱਤਿਆਂ ਦੇ ਵਿੱਚ ਇੱਕ ਪੱਤਾ ਹੁੰਦਾ ਜੇ ਜਿਹਨੂੰ ਬੋਲਦੇ ਚਿੜੀ ਦਾ ਪੱਤਾ, ਚਿੜੀਆ। ਉਹ ਇਸ ਤਰ੍ਹਾਂ ਦਾ ਹੁੰਦਾ ਜੇ। ਉਸ ਤੋਂ ਬਾਅਦ ਹੁਕਮ ਦਾ ਪੱਤਾ। ਉਹਦਾ ਨਿਸ਼ਾਨ ਇਸ ਤਰ੍ਹਾਂ ਦਾ ਬਣਿਆ ਹੁੰਦਾ। ਹੁਣ ਦੇਖੋ ਇਹ ਸਾਡੇ ਕੋਲ ਆ ਗਏ 4 ਪੱਤੇ। ਆਹ ਨਿਸ਼ਾਨ ਥੋੜ੍ਹਾ ਜਿਹਾ ਤੁਹਾਨੂੰ ਦੇਖਣ 'ਚ ਥੋੜ੍ਹਾ ਅਜੀਬ ਲੱਗਦਾ ਹੋਏਗਾ। ਮਤਲਬ ਪਾਨ ਦਾ ਪੱਤਾ ਥੋੜ੍ਹਾ ਇਸ ਤਰ੍ਹਾਂ ਦਾ ਹੁੰਦਾ, ਹਾਰਟ ਦੀ ਤਾਂ ਸ਼ੇਪ ਬਣਾਉਂਦੇ ਨਾ ਉਸ ਤਰ੍ਹਾਂ ਦਾ ਉਲਟ ਸਾਈਨ ਜਿਹੜਾ ਵਾ ਇਹ ਬਣਦਾ ਪਾਨ ਦਾ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਆਹ ਦੱਸਦਾ ਕਿ ਆਹ ਜਿਹੜਾ ਪੱਤਾ ਸੀਗਾ ਇਹਨੂੰ ਚਿੜੀ ਦਾ ਪੱਤਾ, ਜਿਹੜਾ ਲਾਸਟ ਸਾਈਨ ਬਣਾਇਆ ਸੀ ਇਹਨੂੰ ਹੁਕਮ ਦਾ। ਹੁਣ ਅੱਗੇ ਦੇਖੋ ਕਿ ਇਹਨਾਂ 'ਚ ਪੱਤੇ ਜਿਹੜੇ ਉਹ ਕਿਸ ਤਰ੍ਹਾਂ ਵੰਡੇ ਜਾਂਦੇ। 13 13 ਪੱਤੇ ਕਿਹੜੇ ਹੁੰਦੇ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰਿਆਂ ਦੇ ਵਿੱਚ ਤਸਵੀਰਾਂ ਵਾਲੇ ਪੱਤੇ ਆਉਂਦੇ ਜੇ। ਸਾਰਿਆਂ ਦੇ ਵਿੱਚ ਤਸਵੀਰਾਂ ਵਾਲੇ ਪੱਤੇ। ਆਹ ਦੇਖੋ ਇਹਦੇ 'ਚ ਪਹਿਲੇ ਨੰਬਰ 'ਤੇ ਕੇ, ਜਿਹਨੂੰ ਅਸੀਂ ਕਿੰਗ ਕਹਿੰਦੇ ਹਾਂ, ਅਤੇ ਯਾਨੀ ਕਿ ਰਾਜਾ। ਫਿਰ ਕਿਊ, ਕੁਈਨ, ਰਾਣੀ। ਜੇ ਇਹਨੂੰ ਜੈਕ ਕਹਿੰਦੇ ਆ, ਗੋਲਾ, ਗੁਲਾਮ। ਇਹ ਹੁੰਦੇ ਜੇ ਤਸਵੀਰਾਂ ਵਾਲੇ ਪੱਤੇ। ਮੈਂ ਤੁਹਾਨੂੰ ਨਾਂ ਲਿਖ ਕੇ ਦੱਸ ਦਿੱਤਾ। ਇਸੇ ਤਰ੍ਹਾਂ ਪਾਨ ਦੇ ਪੱਤਿਆਂ 'ਚ ਵੀ ਇਹੋ ਹੀ 3 ਪੱਤੇ। ਅਤੇ ਜਦੋਂ ਅਸੀਂ ਜਾਵਾਂਗੇ ਇੱਧਰ ਚਿੜੀਏ ਵਾਲੇ ਪਾਸੇ ਤਾਂ ਇਹਦੇ ਵਿੱਚ ਵੀ ਇਹੀ 3 ਪੱਤੇ ਤਸਵੀਰਾਂ ਵਾਲੇ ਆਉਣੇ ਆ। ਪਹਿਲਾਂ ਰਾਜੇ ਦਾ, ਫਿਰ ਰਾਣੀ ਦਾ ਅਤੇ ਫਿਰ ਗੁਲਾਮ ਦਾ। ਹੁਣ ਦੇਖੋ ਤਸਵੀਰਾਂ ਵਾਲੇ ਪੱਤੇ ਕਿੰਨੇ ਕਿੰਨੇ ਹੋ ਗਏ? ਹਰ ਰੰਗ ਦੇ 3 3। ਯਾਨੀ ਕਿ ਜੇ ਰੰਗ ਵੇਖੀਏ ਤਾਂ ਲਾਲ ਰੰਗ ਦੇ ਕਿੰਨੇ ਬਣੇ? ਕੁੱਲ 6। ਲੇਕਿਨ ਇੱਟ ਦੇ 3 3 ਪਾਨ ਦੇ। ਇਸੇ ਤਰ੍ਹਾਂ ਹੀ
जे रंग की गल करांगे तो 6 हो गए, तो कुल किन्ने हो गए तस्वीरां वाले पत्ते 12। 3 3 6 3 9 3 12, मतलब पूरी ताश दे विच 12 पत्ते तस्वीरां वाले हुंदे आ। मैं इसे करके इधर हैडिंग लिख दिता, ये सारे तस्वीरां वाले पत्ते आ गए तुहाडे कोल। हुण इस तो बाद जिहड़े पत्ते आउंदे आ उहदे विच इक्का, जिन्हों कई वारी यक्का भी कहंदे सीगे, इक्के दे पत्ते जिहड़े आ ਉਹ हर रंग का अपना एक एक हुंदा जे, ਉਹਦੇ ਉੱਪਰ A लिखिया हुंदा जे, A हर पत्ते के उपर A लिखिया हुंदा। हुण ये पत्ते सारे किहड़े हो गए इक्के दे। ये किन्ने पूरी ताश च 4 हुंदे ने, हर किस्म के इट का भी एक, पान का भी एक इक्का, चिड़ी का भी एक इक्का, तो हुकम का भी। हुण जिहड़ी बाकी पत्ते जिहड़े बचदे आ वो सारे नंबरां वाले पत्ते हुंदे जे। ये सारे नंबरां वाले पत्ते हुंदे जे। हुण इहदे च किहड़े किहड़े आउंदे आ, देखो दुक्की तो शुरू हो जाते हैं, 2 3 4 5 6 7 8 9 ते 10 दहले तक। इस तरह ही बाकी विच भी 2 3 4 5 6 7 9 10। हुण काले रंग दे लिख लीए 4 5 6 7 8 9 ते 10। इस तरह ही इधर हुकम दे 8 9 ते 10। आ देखो हुण जदों असीं पत्तियां दी गिनती करांगे ना सारी, तां मैं एक ताश दे जिस तरह उत्ते दस्सिया सीगा भी एक रंग दे आड़े इट दे पत्ते किन्ने ने 13। हुण गिण के देखो इट दे पत्ते तस्वीर वाले पत्ते तो शुरू कर लो, 1 2 3 इक्का हो गया, एक विच चौथा पत्ता 4, अगे देखो 5 6 7 8 9 10 11 12 13, ये 13 13 पत्ते हो गए। ये बन गए साढ़े को पूरा चार्ट जिहड़ा ताश दे पत्तियां दा। ये चार्ट तुसीं अपनी कापी ते जरूर बना लिओ। ताश दे पत्तियां नाल रिलेटेड कोई भी क्वेश्चन आएगा तुहाडे लई सॉल्व करना सौखा हो जाएगा। हुण देखदे हां असीं इहदा पहला पार्ट जिहड़ा वा सानूं की पुछिआ वा। पहले पार्ट दे विच पुछिआ वा, आ देखो मैं तुहानूं दिखा दिंदा इत्थे क्वेश्चन। संभावना पता करो भी कढ़िया गया पत्ता लाल रंग का होवे। हुण लाल रंग का पत्ता देखते हैं, पहली संभावना पहली प्रोबेबिलिटी, लाल रंग का अनुकूल परिणामां की संख्या बटा कुल परिणामां की संख्या, फार्मूला उही। हुण देखो साढ़े को लाल रंग के पत्ते कुल किन्ने ने, आ देखो आ 2 लाइनां लाल रंग दियां मैं इसे करके बनाईयां सी। उपर जाके देखो भी लाल रंग के साढ़े को पत्ते 13 13 26 ने। हुण इहदे च सानूं ये नहीं कहा भी इट दा कि जां पान दा, उन्होंने पूरी ताश विचों कहा कि जिहड़ी असीं पत्ता बाहर कढ़ना वा वो लाल रंग का होवे। ते लाल रंग के पत्ते किन्ने बने 13 13 26, ते कुल पत्ते 52। तो संभावना किन्नी आ गई फिर यदी 26 बटा 52, यानी कि 26 एकम 26, 26 दूण 52, 1 बटा 2 आंसर। ये साडा पहला पार्ट हो गया। सैकेंड पार्ट, सैकेंड पार्ट च क्या वा कि कढ़िया गया जिहड़ा पत्ता वा वो तस्वीर वाला होवे। हुण इहदे च कोई रंग नहीं जे लिखिया, तस्वीर वाला। हुण देखो तस्वीर वाले पत्ते साढ़े को क्योंकि इस रंग नहीं कहा भी लाल होवे कि काला होवे या कोई होर नहीं स्पैशल दस्सिया उन्होंने, सिर्फ तस्वीर वाला कहा। तो तस्वीर वाले पत्ते कुल किन्ने ने, आ देखो 3 इहदे 3 इहदे 6 3 9 ते 3 12। जिहड़े तस्वीर वाले पत्ते ने वो कुल पत्ते साढ़े को 12 ने। तो अनुकूल परिणामां की फिर संख्या किन्नी हो गई 12, तो कुल परिणाम किन्ने हो गए 52, 12 बटा 52। तो इन्हां दी कटिंग कर लो, 4 तिये 12 तो 13 चौके 52, कितना आंसर आ गया 3 बटा 13।
ਇਹ ਸਾਡੇ ਕੋਲ ਸੈਕਿੰਡ ਪਾर्ट हो गया ਇਹਦਾ। ਹੁਣ ਥਰਡ ਦੇਖੋ, ਥਰਡ ਕੁਐਸਚਨ 'ਚ ਕੀ ਪੁੱਛਿਆ ਉਹਨਾਂ ਨੇ। ਤੀਸਰਾ ਪਾर्ट ਕੀ ਆ ਕਿ ਪੱਤਾ ਇੱਟ ਦਾ ਹੋਵੇ। ਇੱਟ ਦਾ ਪੱਤਾ ਜਿਹੜਾ ਵਾ, ਇੱਥੇ ਇੱਟ ਦਾ ਪੱਤਾ ਲਿਖਿਆ ਸੀ, ਤੁਸੀਂ ਇੱਥੇ ਲਿਖ ਲਿਓ ਇੱਟ ਦਾ ਪੱਤਾ। ਇੱਟ ਦਾ ਪੱਤਾ ਹੋਵੇ। ਹੁਣ ਇੱਟ ਦਾ ਪੱਤਾ ਦੇਖੋ, ਤਾਸ਼ ਵਿੱਚ ਇੱਟ ਦੇ ਕਿੰਨੇ ਪੱਤੇ ਨੇ। ਆਹ ਦੇਖੋ, ਇਹ ਰੰਗ ਇੱਟ ਦਾ। ਹੁਣ ਸਿਰਫ ਅਸੀਂ ਇੱਟ ਦੇ ਪੱਤੇ ਦੇਖਣੇ ਆ, ਅਤੇ ਇੱਟ ਦੇ ਪੱਤੇ ਕਿੰਨੇ ਟੋਟਲ 13। ਆਹ ਮੈਂ ਤੁਹਾਨੂੰ ਥੱਲੇ ਨੂੰ ਪੂਰੀ ਗਿਣਤੀ ਦੱਸੀ ਸੀ, ਇੱਥੋਂ ਲੈ ਕੇ ਅਤੇ ਇੱਥੋਂ ਤੱਕ 13 ਪੱਤੇ ਨੇ। ਹੁਣ ਇੱਟ ਦੇ ਪੱਤੇ ਦੀ ਅਨੁਕੂਲ ਪਰਿਣਾਮਾਂ ਦੀ ਸੰਖਿਆ, ਜਿਹੜੀ ਸੰਖਿਆ ਕਿੰਨੀ ਹੋ ਗਈ 13, ਅਤੇ ਬਟਾ ਕਿੰਨਾ ਆ ਗਿਆ 52। 13 ਏਕਮ 13 ਅਤੇ 13 ਚੌਕੇ 52, 1/4 ਆਨਸਰ ਆ ਗਿਆ ਇਹਦਾ ਤੀਸਰੇ ਪਾर्ट ਦਾ, ਕਿ ਜਿਹੜਾ ਪੱਤਾ ਇੱਟ ਦਾ ਹੋਵੇ। ਹੁਣ ਚੌਥਾ ਪਾर्ट ਦੇਖੋ ਇਹਦਾ। ਫੋਰਥ ਕੁਐਸਚਨ 'ਚ ਕੀ ਪੁੱਛਿਆ ਵਾ, ਬਾਦਸ਼ਾਹ। ਜਿਹੜਾ ਚੌਥਾ ਵਾ ਉਹ ਬਾਦਸ਼ਾਹ ਹੋਵੇ, ਔਰ ਬਾਦਸ਼ਾਹ ਕਿਹਦਾ ਹੋਵੇ, ਕੋਈ ਰੰਗ ਨਹੀਂ ਦੱਸਿਆ। ਕਈ ਵਾਰੀ ਕਹਿ ਦਿੰਦੇ ਆ ਇੱਟ ਦਾ ਬਾਦਸ਼ਾਹ ਹੋਵੇ। ਆਹ ਦੇਖੋ, ਬਾਦਸ਼ਾਹ ਅਸੀਂ ਕਿਹਨੂੰ ਕਹਿੰਦੇ ਆ, ਰਾਜੇ ਨੂੰ। ਮੈਂ ਇਹਦੇ 'ਚ ਲਿਖਿਆ ਸੀ ਰਾਜਾ, ਤੁਸੀਂ ਇਹਦੇ ਨਾਲ ਇੱਕ ਸ਼ਬਦ ਲਿਖ ਲਓ ਬਾਦਸ਼ਾਹ। ਇਹਨੂੰ ਬਾਦਸ਼ਾਹ ਵੀ ਕਹਿੰਦੇ ਆ, ਕਿੰਗ ਨੂੰ। ਹੁਣ ਦੇਖੋ, ਜੇ ਕਹਿੰਦੇ ਇੱਟ ਦਾ ਬਾਦਸ਼ਾਹ ਉਹ ਇੱਕ ਸੀ, ਜੇ ਕਹਿੰਦੇ ਪਾਨ ਦਾ ਬਾਦਸ਼ਾਹ ਹੋਵੇ ਤਾਂ ਉਹ ਵੀ ਇੱਕ ਹੋਣਾ ਸੀ, ਚਿੜੀ ਦਾ ਬਾਦਸ਼ਾਹ ਕਹਿੰਦੇ ਉਹ ਵੀ ਇੱਕ ਹੋਣਾ ਸੀ, ਅਤੇ ਹੁਕਮ ਦਾ ਇੱਕ। ਪਰ ਜਿਹੜਾ ਕੁਐਸਚਨ ਕਿਹਾ ਉਹਨਾਂ ਸਿਰਫ ਇਹ ਕਿਹਾ ਵਾ ਵੀ ਪੂਰੀ 52 ਪੱਤਿਆਂ ਦੀ ਤਾਸ਼ ਫੈਂਟ ਕੇ ਉਹਦੇ ਵਿੱਚੋਂ ਪੱਤਾ ਬਾਹਰ ਕੱਢਣਾ ਕਿ ਉਹ ਬਾਦਸ਼ਾਹ ਹੋਵੇ। ਹੁਣ ਬਾਦਸ਼ਾਹ ਸਾਡੇ ਕੋਲ ਟੋਟਲ ਕਿੰਨੇ ਨੇ, 1 2 3 4, ਯਾਨੀ ਕਿ 4 ਕਿੰਗ ਨੇ ਸਾਡੇ ਕੋਲ, ਅਤੇ ਇਹਦੀ ਫਿਰ ਅਨੁਕੂਲ ਪਰਿਣਾਮ 4 ਹੋ ਗਏ, ਅਤੇ ਕੁੱਲ ਪਰਿਣਾਮ ਤਾਂ 52 ਯਾਨੀ 52 ਰਹਿਣੇ ਹੀ ਰਹਿਣੇ ਆ। ਅਤੇ ਇਹਦੀ ਕਟਿੰਗ ਕਰ ਲਓ, 4 ਏਕਮ 4 ਅਤੇ 13 ਚੌਕੇ 52, 1/13 ਆਨਸਰ ਆ ਗਿਆ ਇਹਦਾ। ਇਹ ਚੌਥਾ ਪਾर्ट ਹੋ ਗਿਆ। ਪੰਜਵਾਂ ਪਾर्ट। ਹੁਣ ਪੰਜਵੇਂ ਪਾर्ट 'ਚ ਕਹਿੰਦੇ ਕਾਲੇ ਰੰਗ ਦਾ ਤਸਵੀਰ ਵਾਲਾ ਪੱਤਾ ਹੋਵੇ। ਕਾਲੇ ਰੰਗ ਦਾ ਤਸਵੀਰ ਵਾਲਾ ਪੱਤਾ। ਹੁਣ ਦੇਖੋ, ਅਸੀਂ ਦੇਖੀਏ ਕਾਲੇ ਰੰਗ 'ਚ ਤਸਵੀਰ ਵਾਲੇ ਪੱਤੇ ਕਿੰਨੇ ਨੇ। ਆਹ ਦੇਖੋ, ਸਾਡੇ ਕੋਲ ਕਾਲੇ ਰੰਗ ਦੇ ਪੱਤੇ ਚਿੜੀ ਦੇ ਅਤੇ ਹੁਕਮ ਦੇ ਹੁੰਦੇ ਆ। ਇਹਨਾਂ ਵਿੱਚ ਤਸਵੀਰ ਵਾਲੇ ਪੱਤੇ ਆ ਤੁਹਾਨੂੰ ਦੱਸਿਆ ਸੀ, ਇੱਥੇ ਮੈਂ ਹੈਡਿੰਗ ਪਾਇਆ ਇੱਧਰ। ਤਸਵੀਰ ਵਾਲੇ ਪੱਤੇ ਇਹੋ ਹੀ ਨੇ, ਬਾਦਸ਼ਾਹ, ਰਾਣੀ ਅਤੇ ਗੁਲਾਮ। 3 ਪੱਤੇ ਇਹਦੇ ਅਤੇ 3 ਇਹਦੇ, ਕਿਉਂਕਿ ਉਹਨਾਂ ਨੇ ਕਿਹਾ ਕਾਲੇ ਰੰਗ ਦਾ। ਅਤੇ ਕਾਲੇ ਰੰਗ ਦੇ ਤਸਵੀਰ ਵਾਲੇ ਪੱਤੇ ਕਿੰਨੇ ਬਣੇ, 2 2 4 ਅਤੇ 2 6। 6 ਪੱਤੇ ਕਾਲੇ ਰੰਗ ਦੇ ਤਸਵੀਰ ਵਾਲੇ ਬਣੇ, ਅਤੇ ਅਸੀਂ ਇਹਦੀ ਸੰਭਾਵਨਾ ਕੀ ਲਿਖਾਂਗੇ, 6/52। 2 ਦੇ ਪਹਾੜੇ ਨਾਲ 2 ਤੀਏ 6 ਅਤੇ 26 ਦੂਣ 52, 3/26 ਆਨਸਰ। ਇਹ ਆ ਗਿਆ ਸਾਡੇ ਕੋਲ ਇਹਦਾ ਪੰਜਵਾਂ ਪਾर्ट। ਅੱਗੇ ਦੇਖੋ ਛੇਵਾਂ ਪਾर्ट। ਛੇਵਾਂ ਪਾर्ट ਕੀ ਆ, ਹੁਕਮ ਦਾ ਗੁਲਾਮ। ਦੇਖੋ, ਜਦੋਂ ਕੋਈ ਸਪੈਸ਼ਲ ਨਾਲ ਦੇਣਗੇ ਨਾ, ਜਿਸ ਤਰ੍ਹਾਂ ਇੱਟ, ਪਾਨ, ਚਿੜੀ, ਹੁਕਮ, ਫਿਰ ਅਸੀਂ ਸਿਰਫ ਉਹਦਾ ਹੀ ਪਤਾ ਦੇਖਣਾ। ਹੁਣ ਹੁਕਮ ਦਾ ਗੁਲਾਮ। ਹੁਣ ਦੇਖੋ, ਹੁਕਮ ਦਾ ਪੱਤਾ ਦੇਖੋ, ਆਹ ਹੁਕਮ ਦੇ ਪੱਤੇ ਨੇ। ਆਹ ਤਾਂ ਮੈਂ ਦੱਸਿਆ ਸੀ ਵੀ ਗੁਲਾਮ ਜਿਹਦੇ 'ਤੇ ਜੇਲ ਲਿਖਿਆ ਹੁੰਦਾ, ਆਹ ਸਾਰੇ ਗੁਲਾਮ ਦੇ ਪੱਤੇ ਨੇ। ਲੇਕਿਨ ਹੁਕਮ ਦਾ ਗੁਲਾਮ ਉਹ ਕਿੰਨੇ ਪੱਤੇ ਨੇ, ਇੱਕੋ ਹੀ। ਹੁਕਮ ਦੇ ਵਿੱਚ ਗੁਲਾਮ ਦੇਖਣਾ ਵਾ, ਜੇ ਵਾਲਾ ਪੱਤਾ ਇੱਕੋ ਹੀ ਪੱਤਾ ਵਾ। ਇਹਦੀ ਸੰਭਾਵਨਾ ਅਨੁਕੂਲ ਕਿੰਨੀ ਹੋ ਗਈ, 1/52 ਅਨੁਕੂਲ 1 ਵਾ, ਅਤੇ ਕੁੱਲ ਕਿੰਨੇ ਆ 52। ਇਹੀ ਇਹਦਾ ਆਨਸਰ ਆ ਗਿਆ 1/52। ਇਹ ਛੇਵਾਂ ਕੁਐਸਚਨ ਹੋ ਗਿਆ। ਅੱਗੇ ਸੱਤਵਾਂ ਪਾर्ट ਦੇਖੋ, ਇਹਦਾ ਕੀ ਆ। 7ਵੇਂ ਪਾर्ट ਦੇ ਵਿੱਚ ਕੀ ਕਹਿੰਦੇ ਆ, ਪਾਨ ਦਾ 10 ਨੰਬਰ ਵਾਲਾ ਪੱਤਾ ਹੋਏ, ਯਾਨੀ ਪਾਨ ਦਾ ਦਹਿਲਾ ਹੋਵੇ। ਪ੍ਰੋਬੇਬਿਲਟੀ ਪਾਨ ਦਾ ਦਹਿਲਾ, ਯਾਨੀ ਕਿ 10 ਨੰਬਰ ਦਾ ਪੱਤਾ ਹੋਵੇ। ਹੁਣ ਪਾਨ ਦਾ ਜਿਹੜਾ ਦੱਸਾ ਵਾ, ਜਾਂ ਦਸੀ ਜਿਹੜੀ ਪਾਨ ਦੀ ਆ, ਉਹ ਵੀ ਇੱਕੋ ਹੀ ਆਉਣੀ ਆ। ਆਹ ਦੇਖੋ, ਆਹ ਪਾਨ ਦੇ ਪੱਤੇ ਆ ਰਹੇ ਸਾਰੇ ਹੀ, ਆਹ ਸਾਰੇ ਹੀ, ਅਤੇ ਪਾਨ ਦੇ ਪੱਤੇ ਦੀ ਦਸੀ ਸਿਰਫ ਇੱਕੋ ਹੀ ਆਈ, ਯਾਨੀ ਕਿ ਦਹਿਲਾ ਜਿਹੜਾ ਵਾ ਉਹ ਇੱਕੋ ਹੀ ਆ।
तो यदी संभावना 1/52। ये बच्चों बस ये चार्ट तुसी कापी ते जरूर बना लियो, कभी तुहाडा कोई क्वेश्चन भी इहदा गलत नहीं हो सकता। अगे देखो 8वां क्वेश्चन। 8वें क्वेश्चन दे विच कहंदे चिड़ी दी बेगम होवे। चिड़ी दी बेगम होवे। हुण चिड़ी दी जिहड़ी बेगम आ वो देखो भी एक ही आएगी इहदे च। आ देखो उपर ए आ गए चिड़ी दे पत्ते। आ राणी क्वीन, इनू बेगम भी कहंदे आ। आ देखो नाल नाल जिस तरह आई जा रहा, इत्थे तुसीं लिख लो नाल बेगम। राणी नू बेगम भी कहंदे आ। आ देखो क्वीन वाला पता, चिड़ी दी बेगम इक्को ही क्यू जिते लिखा होंदा। तो यदी संभावना कितनी होगी 1/52। ਇਹਦਾ आंसर आ गया। 9वां क्वेश्चन। 9वें क्वेश्चन च की कहते आ, इट दी चौकी। प्रोबेबिलिटी किहदी कड्ढनी असीं, इट दी चौकी होवे। हुण इट दी चौकी भी इक्को ही आएगी क्योंकि नंबरां वाले पत्ते सारिਆਂ ਦੇ एक एक, बाकी भी तुहानूं दस दिता किस तरह। आ इट दे पत्ते आ गए जे, इट दे पत्तिਆਂ ਵਿੱਚ जा के देखो तो आ चौकी ਉਹਦੀ ਇੱਕੋ ही आ। तो इसकी संभावना भी कितनी होएगी 1/52। यह साडा 9वां क्वेश्चन हो गया। अगे देखो लास्ट क्वेश्चन जिहड़ा इहदा 10वां वा, ਉਹਦੇ 'ਚ ਕੀ ਪੁੱਛਿਆ ਵਾ। नहीं 10वां क्वेश्चन लास्ट नहीं हैगा, अगे भी 2 क्वेश्चन है। 10वें क्वेश्चन च लाल रंग की बेगम। 10वें क्वेश्चन च की पूछा, लाल रंग की बेगम। हुण इहदे च असीं की करना, लाल रंग के पत्ते 2 तरह के ने, तो उन्हां विच देखांगे दोवां दी बेगम एक एक वा। आ देखो लाल रंग के दोनों पत्ते ने, इन्हां दी बेगम इहदे च भी ते इहदे च भी क्यू वाले पत्ते, राणी जां बेगम कोई वर्ड भी लिखिया आ सकदा तुहाडा उहदे च। हुण आ लाल रंग दियां 2 बेगम, तो इहदी संभावना की होगी 2/52। इत्थे असीं लिखांगे 2/52। कटिंग कर दी 1/26। ਇਹਦਾ आंसर आ गया 10वें क्वेश्चन का। अगे जिहड़े क्वेश्चन 2 बचे आ वो तुहानूं मैं इत्थे साइड ते करवा दिना इहदे नाल ही। 11वां क्वेश्चन। 11वां क्वेश्चन की है, इहदे च काले रंग का इक्का। 11वें क्वेश्चन च प्रोबेबिलिटी किहदी कड्ढनी आ, काले रंग का इक्का। हुण देखो काले रंग के इक्के मैं तुहानूं दस्सिया सी उपर। आ देखो आ पत्ते इक्के दे जिहदे ते ए लिखिया हुंदा। काले रंग च 2 तरह के पत्ते ने, तो इक्के किन्ने हो गए काले 2। तो की संभावना आ गई यदि 2/52। कटिंग की 1/26। यह आंसर आ गया था 1/26। यह वाला 1/26। अगे लास्ट क्वेश्चन इहदा हुण 12वां क्वेश्चन। ਉਹਦੇ 'ਚ ਕੀ ਪੁੱਛਿਆ ਵਾ, ਪ੍ਰੋਬੇਬਿਲਿਟੀ ਸਿਰਫ ਗੁਲਾਮ ਦੀ, ਵੀ ਉਹ ਗੁਲਾਮ ਹੋਵੇ। ਹੁਣ ਇਹਦੇ 'ਚ ਕੁਛ ਨਹੀਂ ਦੱਸਿਆ ਵੀ ਕਿਹੜੇ ਰੰਗ ਦਾ ਹੋਵੇ, ਤੇ ਅਸੀਂ ਗੁਲਾਮ ਦੇਖਾਂਗੇ ਵੀ ਪੂਰੀ ਤਾਸ਼ ਵਿੱਚ ਕਿੰਨੇ ਗੁਲਾਮ ਨੇ। ਆ ਦੇਖੋ ਗੁਲਾਮ ਦੇ ਪੱਤੇ 1 2 3 4, 4 ਗੁਲਾਮ ਨੇ। ਤੇ ਕੀ ਆਨਸਰ ਆਏਗਾ 4/52। 4 ਏਕਮ 4 ਤੇ 13 ਚੌਕੇ 52, 1/13। ਇਹ ਆਨਸਰ ਆ ਗਿਆ ਇਹਦਾ। लास्ट पार्ट का आंसर कितना आ गया 1/13। ये बच्चों सीगा ताश वाला क्वेश्चन। ताश के कुल पत्ते 52। तो आ तुहानूं मैं जिहड़ी बना के दस्सिया इहदा चार्ट, ये तुसीं जरूर इहदी फोटो खिच के भावें अपने कोल रख के कॉपी के उपर बना लिओ पूरा। ये पूरे का पूरा तुसीं अपनी कॉपी ते नोट कर लिओ। फिर जो तुसीं कोई भी ताश वाला क्वेश्चन करोगे तो उहदे च गलती नहीं लगेगी। अगे देखते हैं लास्ट क्वेश्चन तुहाडी वर्कशीट का क्वेश्चन नंबर 16। आ देखो 2 सिक्कियां नूं इकट्ठे उछालिया जाता है, संभावना पता करो। नंबर 1
ਘੱਟੋ ਘੱਟ ਇੱਕ ਚਿੱਤ ਹੋਵੇ, ਵੱਧ ਤੋਂ ਵੱਧ ਇੱਕ ਪੱਟ ਹੋਵੇ, ਤੇ ਤੀਸਰਾ ਵਾ ਜਾਂ ਇੱਕ ਚਿੱਤ ਹੋਵੇ। ਯਾਨੀ ਕਿ ਦੇਖੋ ਇਹਦੇ 'ਚ ਜਿਹੜੀ ਆ ਐਟਲੀਸਟ 1 ਹੈਡ, ਘੱਟੋ ਘੱਟ ਇੱਕ ਹੈਡ ਆਵੇ, ਐਟ ਮੋਸਟ 1 ਟੇਲ, ਵੱਧ ਤੋਂ ਵੱਧ ਇੱਕ ਟੇਲ ਹੋਵੇ, ਤੇ ਇੱਕ ਲਾਸਟ ਵਾ 1 ਹੈਡ ਹੋਵੇ। ਚਲੋ ਮੈਂ ਤੁਹਾਨੂੰ ਦੱਸਦਾ ਵਾਂ ਕਿ ਜਦੋਂ 2 ਸਿੱਕਿਆਂ ਨੂੰ ਉਛਾਲਿਆ ਜਾਂਦਾ ਵਾ ਤੇ ਜਿਹੜੀ ਆ ਉਹਦੀ ਕੁੱਲ ਸੰਭਾਵਨਾ ਜਿਹੜੀਆਂ ਨੇ ਉਹ, ਯਾਨੀ ਕਿ ਕੁੱਲ ਪਰਿਣਾਮ ਜਿਹੜੇ ਉਹ ਕਿੰਨੇ ਬਣਦੇ ਆ, ਤੇ ਫਿਰ ਅਨੁਕੂਲ ਪਰਿਣਾਮ ਦੇਖਾਂਗੇ ਜਿਹੜੀਆਂ ਅਸੀਂ ਸੰਭਾਵਨਾ ਪਤਾ ਕਰਨੀ ਆ ਉਹਨਾਂ ਦੇ ਹਿਸਾਬ ਨਾਲ। 16ਵੇਂ ਕੁਐਸਚਨ 'ਚ ਉਹਨਾਂ ਨੇ 2 ਸਿੱਕੇ ਕਿਹਾ ਉਛਾਲਣ ਲਈ। ਮੈਂ ਤੁਹਾਨੂੰ ਦੱਸਦਾ ਪਹਿਲਾਂ ਵੀ ਜਦੋਂ ਅਸੀਂ ਇੱਕ ਸਿੱਕਾ ਉਛਾਲਦੇ ਹਾਂ ਤੇ ਉਹਦੇ 'ਚ ਕੀ ਆ ਸਕਦਾ, ਹੈਡ ਤੇ ਜਾਂ ਟੇਲ, ਯਾਨੀ ਕਿ ਸਿਰਫ 2 ਪਰਿਣਾਮ ਆਉਂਦੇ ਨੇ, ਯਾਨੀ ਕਿ 2 ਦੀ ਪਾਵਰ 1 ਤੇ ਟੋਟਲ ਕਿੰਨੇ ਹੋ ਗਏ 2। ਹੁਣ ਅਸੀਂ ਸਿੱਕੇ ਕਿੰਨੇ ਉਛਾਲਣੇ ਆ, 2 ਸਿੱਕੇ ਉਛਾਲਣੇ ਆ। 2 ਸਿੱਕੇ ਉਛਾਲਾਂਗੇ ਤੇ ਇਹ 'ਚ ਪਰਿਣਾਮ ਕਿੰਨੇ ਆਉਣਗੇ, 2 ਦੀ ਪਾਵਰ 2, ਯਾਨੀ ਕਿ 2 ਗੁਣਾ 2 ਬਰਾਬਰ 4। ਹੁਣ ਜਿਹੜੇ 2 ਸਿੱਕੇ ਉਛਾਲ ਕੇ ਜਿਹੜੇ ਪਰਿਣਾਮ ਆਉਣੇ, ਦੇਖੋ ਇੱਕ ਸਿੱਕਾ ਉਛਾਲੋ ਤੇ ਹੈਡ ਟੇਲ ਆਉਂਦਾ, ਜਦੋਂ 2 ਸਿੱਕੇ ਉਛਾਲੋ ਤੇ ਹੋ ਸਕਦਾ ਦੋਨੋਂ ਵਾਰੀ ਹੈਡ ਆ ਜੇ, ਫਿਰ ਇੱਕ ਤੇ ਹੈਡ ਤੇ ਇੱਕ ਟੇਲ ਆ ਜੇ, ਫਿਰ ਪਹਿਲੇ ਸਿੱਕੇ ਦਾ ਟੇਲ ਤੇ ਦੂਸਰੇ ਦਾ ਹੈਡ ਆ ਜੇ, ਤੇ ਜਾਂ ਫਿਰ ਦੋਨਾਂ ਦੇ ਉੱਪਰ ਹੀ ਟੇਲ ਆ ਜੇ। ਯਾਨੀ ਕਿ ਆ ਦੋਵੇਂ ਚਿੱਤ ਚਿੱਤ, ਚਿੱਤ ਪੱਟ, ਪੱਟ ਚਿੱਤ ਤੇ ਪੱਟ ਪੱਟ ਆ ਜੇ ਹੈਡ ਟੇਲ ਵਾਲਾ। ਜਿਹੜਾ ਇਹਦਾ ਪਹਿਲਾ ਪਾਰਟ ਉਹਨਾਂ ਨੇ ਪੁੱਛਿਆ ਵਾ ਕਿ ਉਹ ਸੰਭਾਵਨਾ ਪਤਾ ਕਰਨੀ ਆ ਵੀ ਘੱਟੋ ਘੱਟ ਇੱਕ ਚਿੱਤ ਹੋਵੇ, ਘੱਟੋ ਘੱਟ ਇੱਕ ਚਿੱਤ ਹੋਵੇ। ਹੁਣ ਦੇਖੋ ਘੱਟ ਤੋਂ ਘੱਟ ਇੱਕ ਚਿੱਤ ਵਾਲੇ ਜਿਹੜੇ ਕੇਸ ਨੇ ਉਹ ਕਿਹੜੇ ਨੇ, ਆਹ ਵਾਲੇ। ਘੱਟੋ ਘੱਟ ਇੱਕ ਉਹਨਾਂ ਨੇ ਕਿਹਾ, ਵੱਧ ਤੋਂ ਵੱਧ ਜਿੰਨੇ ਮਰਜ਼ੀ ਆ ਜਾਣ, ਇਹ 'ਚ ਆਹ ਟੇਲ ਵਾਲਾ ਨਹੀਂ ਜੇ ਆਉਣਾ ਇਹਦੇ ਵਿੱਚ, ਘੱਟ ਤੋਂ ਘੱਟ ਇੱਕ ਚਿੱਤ ਦੇ ਵਿੱਚ। ਹੁਣ ਆਹ ਦੇਖੋ, ਆ ਗਏ 1 2 ਤੇ 3, ਇਹਦੇ ਅਨੁਕੂਲ ਪਰਿਣਾਮ ਕਿੰਨੇ ਹੋ ਗਏ 3, ਤੇ ਕੁੱਲ ਪਰਿਣਾਮ ਕਿੰਨੇ 1 2 3 4 ਤੁਹਾਨੂੰ ਦੱਸਿਆ ਸੀ ਇੱਥੇ 3/4 ਆਨਸਰ। ਇਹ ਇਹਦੇ ਕੁੱਲ ਪਰਿਣਾਮ ਹੋ ਗਏ। ਪਹਿਲਾ ਪਾਰਟ ਹੋ ਗਿਆ। ਦੂਸਰਾ ਪਾਰਟ ਇਹਦਾ, ਦੂਸਰੇ ਪਾਰਟ 'ਚ ਦੇਖੋ ਕੀ ਕਹਿੰਦੇ ਆ ਕਿ ਵੱਧ ਤੋਂ ਵੱਧ, ਹੁਣ ਇਹ ਕੁਐਸਚਨ ਉਹਦੇ ਤੋਂ ਉਲਟ ਜੇ, ਵੱਧ ਤੋਂ ਵੱਧ ਇੱਕ ਪੱਟ ਹੋਵੇ। ਹੁਣ ਪੱਟ ਟੇਲ ਤੇ ਵੱਧ ਤੋਂ ਵੱਧ ਕਿੰਨੀ ਕਹਿੰਦੇ ਆ, 1, ਉਸ ਤੋਂ ਵੱਧ ਨਹੀਂ ਹੋ ਸਕਦੀ। ਤੇ ਉਹ ਕੇਸ ਕਿਹੜੇ ਇਹਦੇ 'ਚ, ਆ ਦੇਖੋ 1 1, ਤੇ ਆਹ ਜਿਹੜੀਆਂ 2 ਤੋਂ ਵੱਧ ਨੇ ਉਹਨਾਂ ਨੇ ਕਿਹਾ ਵੱਧ ਤੋਂ ਵੱਧ 1 ਹੀ ਹੋਵੇ। ਫਿਰ ਆਹ ਕੇਸ ਨਹੀਂ ਲੈਣਾ ਇਹਦੇ 'ਚ ਟੇਲ ਵਾਲਾ, ਜਿਸ 'ਚ 2 ਵਾਰੀ ਟੇਲ ਆਇਆ, ਇਹੀ ਕੇਸ ਆਉਣੇ ਤਿੰਨੇ ਹੀ। ਤੇ ਫਿਰ ਇਹਦੇ ਅਨੁਕੂਲ 3/4, 3 ਅਨੁਕੂਲ ਹੋ ਗਏ, ਟੋਟਲ 4 ਹੋ ਗਏ, 3/4 ਆਨਸਰ। ਤੀਸਰਾ ਪਾਰਟ, ਤੀਸਰੇ ਪਾਰਟ 'ਚ ਕਹਿੰਦੇ ਸਿਰਫ ਇੱਕ ਚਿੱਤ ਹੋਵੇ, ਯਾਨੀ ਕਿ ਸਿਰਫ ਇੱਕ ਹੈਡ ਹੋਵੇ, ਇੱਕ ਚਿੱਤ ਹੋਵੇ। ਹੁਣ ਦੇਖੋ ਸਿਰਫ ਇੱਕ ਚਿੱਤ ਵਾਲੇ ਜਿਹੜੇ ਕੇਸ ਨੇ ਉਹ ਕਿਹੜੇ ਨੇ, ਇੱਕ ਆਹ ਵਾਲਾ ਤੇ ਇੱਕ ਆਹ ਵਾਲਾ, ਸਿਰਫ ਇਹਨਾਂ 'ਚ ਹੀ ਇੱਕ ਇੱਕ ਹੈਡ ਵਾ, ਹੋਰ ਕਿਸੇ 'ਚ ਨਹੀਂ ਹੈਗਾ। ਤੇ ਕਿੰਨੇ ਬਣ ਗਏ ਅਨੁਕੂਲ ਪਰਿਣਾਮ, 2, ਤੇ ਟੋਟਲ 4। ਕਟਿੰਗ ਕੀਤੀ 2 ਏਕਮ 2, 2 ਦੂਣੀ 4, 1/2 ਆਨਸਰ ਆ ਗਿਆ ਇਹਦਾ। ਇਹ ਸੀਗਾ ਬੱਚਿਓ ਤੁਹਾਡੀ ਸੰਭਾਵਨਾ ਨਾਲ ਰਿਲੇਟਡ ਜਿਹੜੀ ਵਰਕਸ਼ੀਟ ਆ, ਉਹਦਾ ਕੁਐਸਚਨ ਨੰਬਰ 16। ਇਹ ਵਰਕਸ਼ੀਟ ਇੱਥੇ ਕੰਪਲੀਟ ਹੋ ਗਈ ਆ। ਵੀਡੀਓ ਚੰਗੀ ਲੱਗੇ ਲਾਈਕ ਕਰਿਓ, ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ। ਚੈਨਲ ਬਿਲਕੁਲ ਫ੍ਰੀ ਜੇ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਔਰ ਜਿਹੜੀਆਂ ਦੂਸਰੀਆਂ ਵੀਡੀਓਜ਼ ਨੇ, ਕਈ ਵਾਰੀ ਬੱਚਿਆਂ ਦੇ ਮੈਸੇਜ ਆਉਂਦੇ ਨੇ ਕਿ ਆਹ ਵਾਲੀ ਵਰਕਸ਼ੀਟ ਦੀ ਵੀਡੀਓ ਨਹੀਂ ਹੈਗੀ, ਤੁਸੀਂ ਡਿਸਕ੍ਰਿਪਸ਼ਨ ਜ਼ਰੂਰ ਚੈੱਕ ਕਰਿਆ ਕਰੋ, ਉਹਦੇ ਵਿੱਚ ਤੁਹਾਨੂੰ ਲਿੰਕ ਮਿਲੇਗਾ। ਕਈ ਵਾਰੀ ਕਿਸੇ ਵੀਡੀਓ ਦਾ ਲਿੰਕ ਰਹਿ ਜਾਏਗਾ ਤੇ ਉਹ ਮੈਂ ਜ਼ਰੂਰ ਵਿੱਚ ਐਡ ਕਰ ਦਿੰਦਾ ਵਾਂ। ਬਾਕੀ ਤੁਹਾਨੂੰ ਸਾਰੇ ਲਿੰਕ ਜਿਹੜੇ ਡਿਸਕ੍ਰਿਪਸ਼ਨ 'ਚੋਂ ਮਿਲ ਜਾਣਗੇ। ਹਰ ਤਰ੍ਹਾਂ ਦੀ ਵਰਕਸ਼ੀਟ ਦਾ ਸੋਲੂਸ਼ਨ ਤੁਹਾਨੂੰ ਉਹਦੇ 'ਚੋਂ ਮਿਲੇਗਾ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।